गल करनी जो प्यानी दी कपाड़े मार दे शीश लथ जावे सीखनी जबान मार दे शीश लथ जावे सीखनी जबान मार दे शीश लथ जावे सीखनी जबान मार दे। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। सीस लथ जावे सिख नहीं जबानों हार दे बच्चियां ने कवीशरी की सांझ पाई है। हुण चार साहिबजादियां दी शहादत नूं चेते कराउंदी होई एक कविता बड़ी संखेप जही है पर कविता दे विच एक एक अखर की जिहड़ी भावना है ना वो बड़ी गंभीर है। छोटा बच्चा ताहुलदीप सिंह बेनती है इसनूं माइक पे आ जाए। वैसे तो जे आपां कविता की परिभाषा लेनी है, कविता नूं एक्सप्लेन करना है कि कविता है की है, ते आपां नूं यही कहना पएगा कि बड़ियां ही थोड़ियां लाइनां दे विच बहुता कुछ जिहड़ा है वो बयान कर देने वाली चीज़ नूं आपां कविता कह सकते हैं। पुराने समयां दे विच मेरियां कविता ज़्यादा प्रसिद्ध होया करदियां सन, बड़ी लंबी लंबी कविता भी होया करदी सी। समय ने करवट बदली तो भाई वीर सिंह के समय तो पंजाबी साहित्य दे विच संखेप कविता छोटी कविता जिहड़ी है वो ज़्यादा प्रसिद्धि हासिल करदी। हालांकि इस तो पहला भी आपां भाई नंद लाल जी दीयां गज़लां, भाई गुरदास जी दी एक कवित सवैये आदि पढ़दे जां सुणदे हां। चार पंज तुकां दे विच बड़ी डूंघाई दीयां गल्लां जिहड़ियां वो कीतियां हुंदियां। भाई वीर सिंह ने संखेप रूप दे विच कविता नूं शुरू कीता। समय दी महत्ता नूं दर्शाउंदियां होइयां, गुलाब दे फुੱਲ नूं दर्शाउंदियां होइयां भाई वीर सिंह ने कवितावां लिखियां बड़ियां प्रसिद्ध ने। डाली नालों तोड़ना सानू असां हट महक दी लाई, लखां दाहक वीजे आवन खाली एक ना जाई, फड़ फड़ रही तरीक समय कतराई करनी, रही वास्ते घट समय ने एक ना मनी। दो चार लाइनां दे विच ही समय की महत्ता अते गुलाब का फुੱਲ जां बनस्पति वातावरण कुदरत नूं
ਪਵਿੱਤਰ ਰੱਖਣ ਦੇ ਲਈ, ਸ਼ੁੱਧ ਰੱਖਣ ਦੇ ਲਈ ਕਿੰਨਾ ਜ਼ਰੂਰੀ ਹੈ ਫੁੱਲਾਂ ਦਾ, ਫਲਾਂ ਦਾ, ਉਹਨਾਂ ਨੂੰ ਡਾਲੀ ਦੇ ਨਾਲੋਂ ਨਹੀਂ ਤੋੜਨਾ ਚਾਹੀਦਾ। 4 ਲਾਈਨਾਂ ਦੇ ਵਿੱਚ ਹੀ ਬੜਾ ਕੁਝ ਬਿਆਨ ਕਰ ਦਿੰਦੇ ਆ। ਕਹਿਣ ਦਾ ਭਾਵ ਇਹ ਹੈ ਕਿ ਕਵਿਤਾ ਹੈ ਹੀ ਉਹ ਜਿਹੜੀ 4 ਲਾਈਨਾਂ ਦੇ ਵਿੱਚ ਬਹੁਤ ਕੁਝ ਦੱਸ ਦਿੰਦੀ ਹੈ। ਇਸ ਤਰ੍ਹਾਂ ਕਹਿ ਦਈਏ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਹੁੰਦਾ ਹੈ। ਛੋਟੇ ਵੀਰ ਦੀ ਕਵਿਤਾ ਹੈ 4 ਸਾਹਿਬਜ਼ਾਦਿਆਂ ਦੇ ਸੰਬੰਧੀ। ਕੇਵਲ 10 ਲਾਈਨਾਂ ਦੇ ਵਿੱਚ ਵੀਰ ਨੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕਰ ਜਾਣਾ ਹੈ। ਇੱਕ ਇੱਕ ਅੱਖਰ ਗੰਭੀਰ ਹੈ, ਸੁਣਨ ਵਾਲਾ ਹੈ। ਸਾਰਿਆਂ ਨੇ ਧਿਆਨ ਦੇ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ। ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ। ਤੱਕਦਾ ਰਿਹਾ ਬਾਪੂ ਬੱਚੇ ਕਲੇ ਅੰਦਰ, ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ। ਕਿੰਨੀਆਂ ਖਾਧੀਆਂ ਨੇ ਸੱਟਾਂ ਜੀਤ ਸਿੰਘ ਨੇ, ਕਿੰਨੇ ਖੂਬੇ ਨੇ ਤੀਰ ਜੁਝਾਰ ਅੰਦਰ। ਦਾਦੀ ਤੱਕਿਆ ਠੰਡੇ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁੱਟਦੇ ਨੇ ਇੱਟਾਂ ਦੇ ਭਾਰੇ ਅੰਦਰ। ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ, 2 ਮੈਦਾਨ ਅੰਦਰ 2 ਦੀਵਾਰ ਅੰਦਰ, 2 ਮੈਦਾਨ ਅੰਦਰ 2 ਦੀਵਾਰ ਅੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਉਪਰੰਤ ਗੁਰਮਤ ਕੇਂਦਰ ਦੇ ਹੀ ਬੱਚਿਆਂ ਨੇ ਇੱਕ ਗੀਤ ਪੇਸ਼ ਕਰਨਾ ਹੈ। ਉਸ ਤੋਂ ਉਪਰੰਤ ਜੋ ਵੀਰ ਸ਼ਮਸ਼ੇਰ ਸਿੰਘ ਜੀ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਨੇ, ਜਲਦੀ ਹੀ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਗਾਉਣਾ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਗਾਉਣਾ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ
ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਜੋ ਗੁਰਦੁਆਰਾ ਹੈ ਉੱਥੋਂ ਦੇ ਪ੍ਰਬੰਧਕ ਸੇਵਾਦਾਰ ਵੀਰਾਂ ਨੇ ਇੱਕ ਉਪਰਾਲਾ ਕੀਤਾ ਹੈ। ਇਸ ਐਤਵਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਨਗਰ ਕੀਰਤਨ ਕੱਢਣ ਦਾ ਪ੍ਰੋਗਰਾਮ ਜੋ ਬਣਾਇਆ ਗਿਆ ਹੈ, ਸੋ ਸਾਰੀਆਂ ਹੀ ਸੰਗਤਾਂ ਨੂੰ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਬੇਨਤੀ ਹੈ ਕਿ ਸਾਰਿਆਂ ਨੇ ਹੀ ਉੱਥੇ ਐਤਵਾਰ ਪਹੁੰਚ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਇਸ ਐਤਵਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੇ ਨਗਰ ਕੀਰਤਨ ਕੱਢਣ ਦਾ ਉਪਰਾਲਾ ਜੋ ਕੀਤਾ ਹੈ। ਹੁਣ ਵੀਰ ਸ਼ਮਸ਼ੇਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਸੰਗਤਾਂ ਦੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਧਾਰ ਜੀਅਰੇ ਇੱਕ ਟੇਕ ਤੂੰ, ਲਾ ਬਿਡਾਨੀ ਆਸ, ਨਾਨਕ ਨਾਮ ਧਿਆਏ, ਕਾਰਜ ਆਵੈ ਰਾਸ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਘਟ ਮਰੈ, ਕਬਹੂ ਨ ਛਾਡੈ ਖੇਤ। ਪੁਰਜਾ ਪੁਰਜਾ ਘਟ ਮਰੈ, ਕਬਹੂ ਨ ਛਾਡੈ ਖੇਤ। ਇਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀ।
ਇੱਕ ਓੰਕਾਰ ਸਤ ਗੁਰ ਪ੍ਰਸਾਦ। ਗੌੜੀ ਮਹਲਾ ਨਾਵਾਂ। ਸਾਧੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਤੇ ਇਹ ਨਿਸ ਭਾਗੋ। ਸਾਧੋ ਮਨ ਕਾ ਮਾਨ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ। ਰਹਾਉ ਸੁਖ ਦੁਖ ਦੋਨੋਂ ਸਮ ਕਰ ਜਾਣੈ। ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਅਤੀਤਾ। ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ। ਖੋਜੈ ਪਦ ਨਿਰਬਾਨਾ। ਜਨ ਨਾਨਕ ਏ ਖੇਲ ਕਠਨ ਹੈ। ਕਿਨਹੂ ਗੁਰਮੁਖ ਜਾਨਾ। ਉਸਤਤ ਨਿੰਦਾ ਦੋ ਤਿਆਗੈ। ਖੋਜੈ ਪਦ ਨਿਰਬਾਨਾ। ਜਨ ਨਾਨਕ ਏ ਖੇਲ ਕਠਨ ਹੈ। ਕਿਨਹੂ ਗੁਰਮੁਖ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਸੱਜ ਕੇ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅੱਜ ਅਸੀਂ ਸਤਿਗੁਰੂ ਜੀ ਦੇ ਦਰਬਾਰ ਅੰਦਰ ਚੱਲ ਰਹੇ ਲੜੀਵਾਰ ਦੀਵਾਨਾਂ ਦੇ ਅੰਦਰ ਸਤਿਗੁਰਾਂ ਜੀ ਦੇ ਉਸ ਕਾਫਲੇ ਦੇ ਹਮਰਾਹੀ ਬਣਦੇ ਹੋਏ ਲਗਾਤਾਰ ਹਾਜ਼ਰੀਆਂ ਭਰ ਰਹੇ ਹਾਂ ਅਤੇ ਸਤਿਗੁਰੂ ਜੀ ਦੇ ਉਸ ਇਤਿਹਾਸਕ ਪ੍ਰਸੰਗ ਨੂੰ ਸਮਝਣ ਦਾ, ਆਪਣੇ ਮਨ ਤੇ ਮਹਿਸੂਸ ਕਰਨ ਦਾ ਯਤਨ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਮੇਰੀਆਂ ਭੈਣਾਂ ਦੇ ਪਾਸੋਂ ਸਾਹਿਬਜ਼ਾਦਿਆਂ ਦੀਆਂ ਉਹ ਕਵਿਤਾਵਾਂ ਜਿਨ੍ਹਾਂ ਨੂੰ ਸੁਣ ਕੇ ਮਨੁੱਖ ਦੇ ਮਨ ਵਿੱਚ ਆਪਣੇ ਆਪ ਹੀ ਉਹ ਦਰਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਧੰਨ ਮਾਤਾ ਗੁਜਰ ਕੌਰ ਆਪਣੇ ਦੋਵੇਂ ਛੋਟੇ ਪੋਤੇ
ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਦੇ ਵਿੱਚੋਂ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਤੋਰਦੇ ਹੁੰਦੇ। ਕਿਹੋ ਜਿਹਾ ਉਹ ਦ੍ਰਿਸ਼ ਹੋਏਗਾ, ਕਿਹੋ ਜਿਹਾ ਉਹ ਸਮਾਂ ਹੋਏਗਾ, ਕਿਹੋ ਜਿਹੀ ਉਹ ਘੜੀ ਹੋਏਗੀ ਜਦੋਂ ਮਾਤਾ ਗੁਜਰ ਕੌਰ ਆਪਣੇ ਪੋਤਿਆਂ ਨੂੰ ਠੰਡੇ ਬੁਰਜ ਦੇ ਵਿੱਚੋਂ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਤਿਆਰ ਕਰਕੇ ਭੇਜਦੇ ਨੇ। ਪੰਥ ਦਾ ਸਾਰਾ ਜ਼ਿੰਮਾ ਅੱਜ ਉਹਨਾਂ ਦੇ ਸਿਰ ਤੇ ਪਿਆ ਹੋਇਆ ਹੈ। ਭੈਣਾਂ ਨੇ ਬੜੇ ਭਾਵਪੂਰਤ ਬੋਲ ਤੁਹਾਡੇ ਨਾਲ ਸਾਂਝੇ ਕੀਤੇ ਸਨ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਇਹ ਬੋਲ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਬੱਚੇ ਬੱਚੇ ਦੀ ਜ਼ੁਬਾਨ ਤੇ ਚਾਹੀਦੇ ਨੇ। ਤਾਂ ਹੀ ਅਸੀਂ ਪੰਜਾਬ ਦੀ ਧਰਤੀ ਤੇ ਸਾਹਿਬਜ਼ਾਦਿਆਂ ਦੀ ਕੀਤੀ ਹੋਈ ਉਸ ਕੁਰਬਾਨੀ ਦਾ ਰਤਾ ਜਿੰਨਾ ਮੁੱਲ ਮੋੜ ਸਕਦੇ ਹਾਂ। ਜਿਸ ਪਾਵਨ ਸ਼ਬਦ ਦੀ ਸਾਂਝ ਮੈਂ ਆਪ ਸਰਬੱਤ ਸੰਗਤ ਨਾਲ ਪਾਈ ਹੈ, ਇਹ ਪਾਵਨ ਸ਼ਬਦ ਰਾਗ ਗੌੜੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੀ ਕੀਮਤੀ ਵਿਚਾਰ, ਬੜੀ ਕੀਮਤੀ ਗੱਲ ਸਾਡੇ ਨਾਲ ਇਸ ਪਾਵਨ ਸ਼ਬਦ ਵਿੱਚ ਸਾਂਝੀ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਹੇ ਭਾਈ, ਇਸ ਸੰਸਾਰ ਦੇ ਵਿੱਚ ਆਣ ਕੇ ਆਪਣੇ ਮਨ ਦੇ ਮਾਣ ਨੂੰ ਤਿਆਗ ਦਿਓ, ਹੰਕਾਰ ਨੂੰ ਛੱਡ ਦਿਓ। ਜਦੋਂ ਅਸੀਂ ਸਾਧ ਸੰਗਤ ਇਸ ਦੁਨੀਆ ਦੇ ਵਿੱਚ ਵਿਚਰਦੇ ਹਾਂ, ਰਹਿੰਦੇ ਹਾਂ, ਤਾਂ ਬੰਦੇ ਦੇ ਦੋ ਘਰ ਹੁੰਦੇ ਨੇ, ਦੋ ਘਰ। ਤੁਸੀਂ ਹੈਰਾਨ ਹੋਵੋਗੇ ਵੀ ਇੱਕ ਘਰ ਤੇ ਸਾਡਾ ਆਪਣਾ ਹੈ, ਦੂਜਾ ਘਰ ਕਿਹੜਾ ਹੈ? ਇੱਕ ਘਰ ਉਹ ਹੈ ਜਿੱਥੇ ਬੰਦਾ ਰਹਿੰਦਾ ਹੈ, ਜਿੱਥੇ ਅਸੀਂ ਰਾਤ ਨੂੰ ਸੌਂਦੇ ਹਾਂ, ਜਿੱਥੇ ਸਵੇਰ ਵੇਲੇ ਉੱਠ ਕੇ ਸਾਫ਼ ਸਫਾਈ ਕੀਤੀ ਜਾਂਦੀ ਹੈ। ਇੱਕ ਘਰ ਉਹ ਹੈ ਜਿਹਦੀ ਖਾਤਰ ਬੰਦਾ ਦੂਰ ਦੂਰ ਤੱਕ ਪੈਸਾ ਕਮਾਉਣ ਦੇ ਵਾਸਤੇ ਜਾਂਦਾ ਹੈ ਕਿ ਮੈਂ ਆਪਣੇ ਘਰ ਨੂੰ ਚੰਗਾ ਬਣਾ ਸਕਾਂ। ਇੱਕ ਘਰ ਉਹ ਹੈ, ਉਸ ਘਰ ਦੇ ਵਿੱਚ ਗੰਦਗੀ ਪਈ ਹੋਵੇ ਤੇ ਬੰਦਾ ਹੱਥ ਵਿੱਚ ਝਾੜੂ ਫੜ ਕੇ ਤੇ ਉਸ ਘਰ ਦੀ ਸਫਾਈ ਕਰਦਾ ਹੈ, ਉਸ ਘਰ ਨੂੰ ਸਾਫ਼ ਰੱਖਿਆ ਜਾਂਦਾ ਹੈ। ਬਾਹਰੋਂ ਕੋਈ ਰਿਸ਼ਤੇਦਾਰ, ਕੋਈ ਪ੍ਰਾਹੁਣਾ, ਕੋਈ ਸੱਜਣ ਸਾਡੇ ਘਰ ਵਿੱਚ ਆਵੇ ਤੇ ਆਣ ਕੇ ਇਹ ਨਾ ਕਵੇ ਵੀ ਤੁਹਾਡੇ ਘਰ ਦੇ ਵਿੱਚ ਗੰਦਗੀ ਹੈ। ਆਪਣੇ ਘਰ ਨੂੰ ਸੋਹਣਾ ਰੱਖਣ ਵਾਸਤੇ ਬੰਦੇ ਆਪਣੀ ਪੂਰੀ ਜ਼ਿੰਦਗੀ ਆਪਣੇ ਘਰ ਤੇ ਲਾ ਦਿੰਦੇ ਨੇ। ਪਰ ਜਦੋਂ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਆਖਿਆ, ਇੱਕ ਘਰ ਤੇਰਾ ਹੋਰ ਹੈਗਾ। ਉਹ ਘਰ ਹੈ ਤੇਰੇ ਆਪਣੇ ਮਨ ਦਾ। ਮਨ ਦਾ ਵੀ ਇੱਕ ਆਪਣਾ ਘਰ ਹੈ, ਮਨ ਨੇ ਵੀ ਇੱਕ ਆਪਣਾ ਘਰ ਬਣਾਇਆ ਹੋਇਆ, ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਿਕਾਰ ਮਨ ਦੇ ਇਸ ਘਰ ਵਿੱਚ ਆਣ ਕੇ ਵਸੇ ਹੋਏ ਨੇ, ਨਿਵਾਸ ਕਰਦੇ ਨੇ। ਬਾਹਰੀ ਤੌਰ ਤੇ ਬੰਦੇ ਦੇ ਘਰ ਵਿੱਚ ਗੰਦਗੀ ਪੈ ਜਾਵੇ ਤੇ ਬੰਦਾ ਆਪਣੇ ਘਰ ਨੂੰ ਸਾਫ਼ ਕਰਦਾ ਹੈ ਝਾੜੂ ਦੇ ਨਾਲ, ਪਰ ਜੇ ਮਨ ਦਾ ਘਰ ਸਾਫ਼ ਕਰਨਾ ਹੋਵੇ ਤੇ ਇਹਦੇ ਵਾਸਤੇ ਕੀ ਜੁਗਤ ਹੈ, ਇਹਦੇ ਵਾਸਤੇ ਕੀ ਵਿਧੀ ਹੈ? ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹੋ ਹੀ ਗੱਲ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਮਝਾ ਰਹੇ ਨੇ। ਮੈਂ ਇਸ ਕਰਕੇ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਅੱਜ ਦੇ ਇਸ ਇਤਿਹਾਸ ਦੇ ਪ੍ਰਸੰਗ ਨਾਲ ਇਹ ਸਾਰੀਆਂ ਚੀਜ਼ਾਂ ਮੇਲ ਖਾਂਦੀਆਂ ਨੇ। ਮਹਾਰਾਜ ਕਹਿੰਦੇ ਨੇ, ਸਾਧੋ, ਹੇ ਸਾਧੋ, ਹੇ ਧਰਤੀ ਤੇ ਰਹਿਣ ਵਾਲੇ ਮਨੁੱਖੋ, ਮਨ ਕਾ ਮਾਨ ਤਿਆਗੋ। ਆਪਣੇ ਮਨ ਦੇ ਮਾਣ ਨੂੰ ਤਿਆਗ ਦਿਓ, ਆਪਣੇ ਮਨ ਦੇ ਮਾਣ ਨੂੰ ਛੱਡ ਦਿਓ। ਸਤਿਗੁਰੂ ਨੂੰ ਪੁੱਛੀਏ, ਮਨ ਦੇ ਮਾਣ ਨੂੰ ਛੱਡਣ ਵਾਸਤੇ ਬੰਦੇ ਨੂੰ ਕੀ ਕਰਨਾ ਪਏਗਾ? ਭਲਾ ਮਨ ਦੇ ਹੰਕਾਰ ਨੂੰ ਛੱਡਣ ਵਾਸਤੇ ਕੀ ਕਰਨਾ ਪਏਗਾ? ਆਖਰਕਾਰ ਕੋਈ ਨਾ ਕੋਈ ਚੀਜ਼ ਤਾਂ ਹੋਏਗੀ ਨਾ ਜਿਹੜੀ ਮਨ ਦੇ ਹੰਕਾਰ ਨੂੰ ਛੱਡਣ ਵਾਸਤੇ ਬੰਦੇ ਨੂੰ ਕਰਨੀ ਪਵੇ। ਉਹ ਕਿਹੜੀ ਚੀਜ਼ ਹੈ? ਸਤਿਗੁਰੂ ਜੀ ਨੇ ਇਸ ਗੱਲ ਦਾ ਜਵਾਬ ਅਗਲੀ ਪੰਕਤੀ ਵਿੱਚ ਦਿੱਤਾ। ਕਹਿੰਦੇ, ਕਾਮ, ਕ੍ਰੋਧ, ਸੰਗਤ ਦੁਰਜਨ ਕੀ,
ਇਹ ਜਿਹੜੀਆਂ ਭੈੜੀਆਂ ਤੇਰੇ ਮਨ ਵਿੱਚ ਆਈਆਂ ਹੋਈਆਂ ਬੁਰਾਈਆਂ ਨੇ, ਜਿਹੜੇ ਭੈੜੇ ਵਿਸ਼ੇ ਵਿਕਾਰ ਤੇਰੇ ਮਨ ਵਿੱਚ ਘਰ ਕਰਕੇ ਬੈਠੇ ਨੇ, ਕਿਹੜੇ ਕਿਹੜੇ? ਕਾਮ ਤੇ ਕ੍ਰੋਧ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਇਹ ਨਿਸ ਭਾਗੋ। ਇਹ ਨਿਸ ਦਾ ਮਤਲਬ ਹੁੰਦਾ ਹੈ ਦਿਨ ਅਤੇ ਰਾਤ। 24 ਘੰਟਿਆਂ ਦਾ ਸਮਾਂ ਹੈ ਨਾ, ਦਿਨ ਤੇ ਰਾਤ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਤੇ 24 ਘੰਟੇ ਬਣਦੇ ਨੇ, ਤੇ ਇੱਕ ਦਿਨ ਅਸੀਂ ਇਹਨੂੰ ਮੁਕੰਮਲ ਆਪਣੀ ਬੋਲੀ ਦੇ ਵਿੱਚ ਕਹਿੰਦੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਦੁਨੀਆ ਤੇ ਆਏ ਹੋਏ ਮਨੁੱਖੋ, ਆਪਣੇ ਮਨ ਵਿੱਚੋਂ ਕਾਮ ਤੇ ਕ੍ਰੋਧ, ਇਹਨਾਂ ਭੈੜੇ ਵਿਸ਼ੇ ਵਿਕਾਰਾਂ ਦੀ ਸੰਗਤ ਨੂੰ ਛੱਡ ਦਿਓ। ਇਹਨਾਂ ਵਿਸ਼ੇ ਵਿਕਾਰਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਇਹ ਨਿਸਭਾਗੋ। ਇਹਨਾਂ ਚੀਜ਼ਾਂ ਤੋਂ ਦਿਨ ਰਾਤ ਦੂਰ ਭੱਜੋ। ਭਾਵ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚੋਂ ਤਿਆਗ ਦਿਓ, ਕਿਉਂਕਿ ਇਹ ਚੀਜ਼ਾਂ ਬੰਦੇ ਨੂੰ ਧਰਮ ਦੇ ਨੇੜੇ ਨਹੀਂ ਲੱਗਣ ਦਿੰਦੀਆਂ। ਤੇ ਸਾਧ ਸੰਗਤ ਇੱਕ ਹੋਰ ਬੇਨਤੀ ਕਰਾਂ, ਜਿੱਥੇ ਭਰਮ ਹੋਵੇ ਨਾ, ਭਰਮ ਬੰਦੇ ਦੇ ਜੀਵਨ ਵਿੱਚ ਜਿੱਥੇ ਭਰਮ ਹੋਵੇ, ਉੱਥੇ ਕਦੀ ਧਰਮ ਨਹੀਂ ਆ ਸਕਦਾ। ਭਰਮ ਤੇ ਧਰਮ, ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਫਰਕ ਹੈ। ਭਰਮ ਬੰਦੇ ਨੂੰ ਕਦੀ ਵੀ ਧਰਮ ਦੇ ਨੇੜੇ ਨਹੀਂ ਲੱਗਣ ਦਿੰਦਾ। ਤੇ ਭਰਮ ਨੂੰ ਦੂਰ ਕਰਨ ਵਾਸਤੇ ਕੀ ਕਰਨਾ ਪਏਗਾ? ਬੰਦੇ ਨੂੰ ਧਰਮੀ ਬਣਨਾ ਪਏਗਾ। ਤੇ ਜਿੰਨਾ ਚਿਰ ਬੰਦਾ ਭਰਮ ਦੇ ਵਿੱਚ ਹੈ, ਉਹਨਾਂ ਚਿਰ ਬੰਦਾ ਅੰਦਰੋਂ ਡਰਦਾ ਹੈ, ਉਹਨਾਂ ਚਿਰ ਬੰਦਾ ਅੰਦਰੋਂ ਕੰਬਦਾ ਹੈ। ਤਾਈਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਇਹ ਬੋਲ ਸਾਡੇ ਨਾਲ ਸਾਂਝੇ ਕੀਤੇ ਸਨ। ਮਹਾਰਾਜ ਕਹਿੰਦੇ, ਸੋ ਡਰੈ ਸੋ ਡਰੈ ਜੇ ਪਾਪ ਕਮਾਵੰਦਾ। ਡਰ ਉਸੇ ਬੰਦੇ ਨੂੰ ਹੈ ਜਿਹੜਾ ਅੰਦਰੋਂ ਪਾਪੀ ਹੈ। ਧਰਮੀ ਵਿਗਸੇਤ, ਧਰਮੀ ਨੂੰ ਕੋਈ ਡਰ ਨਹੀਂ। ਧਰਮੀ ਨੂੰ ਕਾਹਦਾ ਡਰ ਹੈ? ਗੰਗੂ ਦੇ ਮਨ ਵਿੱਚ ਪਾਪ ਸੀ, ਤਾਂ ਹੀ ਤਾਂ ਗੰਗੂ ਡਰਦਾ ਸੀ ਨਾ, ਤਾਂ ਹੀ ਤਾਂ ਸਾਹਿਬਜ਼ਾਦਿਆਂ ਨੂੰ ਰਾਤ ਭਰ ਆਪਣੇ ਘਰ ਵਿੱਚ ਨਹੀਂ ਰੱਖ ਸਕਿਆ। ਡਰ ਕਾਹਦਾ ਸੀ? ਜਿਹੜੀ ਮੈਂ ਚੋਰੀ ਕੀਤੀ ਆ ਕਿਤੇ ਇਹਦਾ ਲੋਕਾਂ ਨੂੰ ਪਤਾ ਨਾ ਲੱਗ ਜਾਵੇ, ਇਸੇ ਗੱਲ ਦਾ ਡਰ ਸੀ ਨਾ ਗੰਗੂ ਨੂੰ। ਹੋਰ ਗੰਗੂ ਨੂੰ ਅੰਦਰੋਂ ਕਿਹੜਾ ਪੈ ਖਾਂਦਾ ਸੀ ਭਲਾ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਆਖਿਆ, ਸੋ ਡਰੈ ਜੇ ਪਾਪ ਕਮਾਵੰਦਾ। ਧਰਮੀ ਵਿਗਸੇਤ, ਧਰਮੀ ਨੂੰ ਕੋਈ ਡਰ ਨਹੀਂ। ਉਹ ਭਾਵੇਂ ਮਾਛੀਵਾੜੇ ਦਾ ਜੰਗਲ ਹੋਵੇ, ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ, ਭਾਵੇਂ ਸਰਸਾ ਦਾ ਕਿਨਾਰਾ ਹੋਵੇ, ਤੇ ਭਾਵੇਂ ਅਨੰਦਪੁਰ ਸਾਹਿਬ ਦਾ ਹੱਸਦਾ ਵਸਦਾ ਉਹ ਨਗਰ ਹੋਵੇ, ਉੱਥੇ ਕੋਈ ਡਰ ਨਹੀਂ। ਤਾਈਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਬੋਲ ਸਾਡੇ ਨਾਲ ਸਾਂਝੇ ਕੀਤੇ ਸਨ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦਰੋਂ ਨਹੀਂ ਤੇ ਠਾਉ। ਉੱਥੇ ਕਿਸੇ ਚੀਜ਼ ਦਾ ਕੋਈ ਡਰ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਰੰਜ ਨਹੀਂ, ਕੁਝ ਵੀ ਨਹੀਂ। ਤੇ ਮਹਾਰਾਜ ਨੇ ਆਖਿਆ ਸੀ, ਗੁਰੂ ਕੇ ਸਿੱਖੋ, ਗੁਰੂ ਦੀ ਚਾਲ ਚੱਲੋ। ਹੇ ਗੁਰੂ ਕੇ ਸਿੱਖੋ, ਗੁਰੂ ਦੀ ਚਾਲ ਚੱਲੋ, ਉੱਥੇ ਫਿਰ ਡਰ ਨਹੀਂ ਹੋਵੇਗਾ। ਪੜ੍ਹੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਉਹ ਵਾਕ। ਮਹਾਰਾਜ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੇ ਗੁਰੂ ਦੇ ਮਿੱਤਰੋ, ਸਿੱਖੋ ਗੁਰੂ ਵਾਲੀ ਚਾਲ ਚੱਲੋ। ਹੁਣ ਗੁਰੂ ਵਾਲੀ ਚਾਲ ਕਿਹੜੀ ਹੈ ਭਲਾ? ਗੁਰੂ ਵਾਲੀ ਚਾਲ ਕਿਹੜੀ ਹੈ? ਇਹਨੂੰ ਸਮਝੀਏ ਇਤਿਹਾਸ ਦੇ ਪ੍ਰਸੰਗ ਵਿੱਚੋਂ ਵੀ ਗੁਰੂ ਵਾਲੀ ਚਾਲ ਕਿਹੜੀ ਹੈ। ਗੁਰੂ ਵਾਲੀ ਚਾਲ ਚੱਲਣੀ ਸੌਖਾ ਕੰਮ ਹੈ ਕਿ ਔਖਾ ਕੰਮ ਹੈ? ਔਖਾ ਕੰਮ ਹੈ ਨਾ। ਕਿਉਂ ਔਖਾ ਭਲਾ? ਕਿਉਂਕਿ ਇਹਦੇ ਵਾਸਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਕੁਝ ਛੱਡਣਾ ਪੈਂਦਾ। ਗੁਰੂ ਵਾਲੀ ਚਾਲ ਚੱਲਣੀ ਬੜਾ ਔਖਾ ਕੰਮ ਹੈ। ਗੁਰੂ ਦੀ ਚਾਲ ਕੀ ਹੈ? ਹੁਕਮ ਰਜ਼ਾਈ ਚੱਲਣਾ, ਇਹ ਗੁਰੂ ਦੀ ਚਾਲ ਹੈ। ਗੁਰੂ ਸਿਖਾਉਂਦਾ ਹੈ ਸਾਨੂੰ, ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਦੇ ਵਿੱਚ ਚੱਲਣਾ ਹੈ, ਉਹਦੇ ਹੁਕਮ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਤਾਈਓ ਕਲਗੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬੋਲ ਸਾਡੇ ਨਾਲ ਸਾਂਝੇ ਕੀਤੇ। ਪਾਤਸ਼ਾਹ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿਖਾ, ਤੂੰ ਨਹੀਂ ਪਿਆਰਾ, ਤੇਰੀ ਰਹਿਤ ਪਿਆਰੀ ਹੈ, ਤੂੰ ਨਹੀਂ ਪਿਆਰਾ ਮੈਨੂੰ ਤੇਰੀ ਰਹਿਤ ਦੇ ਨਾਲ ਪਿਆਰ ਹੈ। ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਕੋਲ ਬਹੁਤ ਸਾਰੇ ਸਿੱਖ ਉਹਨਾਂ ਦੇ ਦਰਬਾਰ ਵਿੱਚ ਸੱਜ ਕੇ ਆਏ
ਤੇ ਪਾਤਸ਼ਾਹ ਜੀ ਨੂੰ ਆਣ ਕੇ ਇੱਕ ਸਿੱਖ ਨੇ ਆਣ ਕੇ ਦੱਸਿਆ, ਸਤਿਗੁਰੂ ਜੀ ਬਹੁਤ ਸਾਰੇ ਸਿੱਖ ਤੁਹਾਡੇ ਦਰਬਾਰ ਵਿੱਚ ਆਣ ਕੇ ਤੇ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਪੁੱਛਿਆ, ਸਿੱਖ ਤਾਂ ਬਹੁਤ ਨੇ, ਇਹਨਾਂ ਵਿੱਚੋਂ ਰਹਿਤਵਾਨ ਕਿੰਨੇ ਨੇ? ਸਿੱਖ ਤਾਂ ਬਹੁਤ ਨੇ, ਇਹਨਾਂ ਵਿੱਚੋਂ ਰਹਿਤਵਾਨ ਕਿੰਨੇ ਨੇ? ਰਹਿਤ ਕਿੰਨਿਆਂ ਨੇ ਰੱਖੀ ਹੋਈ ਹੈ? ਤੇ ਰਹਿਤ ਰੱਖਣ ਵਾਸਤੇ ਕੀ ਕਰਨਾ ਪਏਗਾ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੇ ਭਾਣੇ ਵਿੱਚ ਆਉਣਾ ਪਏਗਾ। ਜੋ ਗੁਰ ਕਹੈ ਸੋਈ ਭਲ ਮਾਨੋ, ਇਹ ਹੈ ਸਿੱਖ ਦੀ ਰਹਿਤ। ਜੋ ਗੁਰੂ ਕਹਿੰਦਾ ਹੈ, ਜੋ ਗੁਰੂ ਉਪਦੇਸ਼ ਕਰਦਾ ਹੈ, ਉਸ ਗੱਲ ਨੂੰ ਮੰਨਿਆ ਜਾਵੇ, ਉਸ ਗੱਲ ਤੇ ਫੁੱਲ ਚੜਾਏ ਜਾਣ। ਤੇ ਗੁਰੂ ਕੇ ਸਿੱਖੋ, ਧੰਨ ਕਲਗੀਆਂ ਵਾਲਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੋਲ ਕਹੇ ਸਨ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਮੈਨੂੰ ਸਿੱਖ ਨਹੀਂ ਪਿਆਰਾ, ਮੈਨੂੰ ਸਿੱਖ ਦੀ ਰਹਿਤ ਪਿਆਰੀ ਹੈ। ਤੇ ਤੁਸੀਂ ਵੇਖੋ, ਜਦੋਂ ਬੰਦਾ ਕਿਸੇ ਆਪਣੇ ਰਿਸ਼ਤੇਦਾਰ ਦੇ ਕੋਲ ਸਾਧ ਸੰਗਤ ਜਾਵੇ ਨਾ, ਰਿਸ਼ਤੇਦਾਰ ਦੇ ਕੋਲ, ਤੇ ਕਈ ਵਾਰੀ ਉਹਦੇ ਵਾਸਤੇ ਅਸੀਂ ਬਾਜ਼ਾਰ ਦੇ ਵਿੱਚੋਂ ਕੱਪੜਾ ਲੈ ਕੇ ਜਾਂਦੇ ਹਾਂ। ਜਿਹੜਾ ਰਿਸ਼ਤੇਦਾਰ ਸਾਡੇ ਮਨ ਦੇ ਬਹੁਤਾ ਹੀ ਨਜ਼ਦੀਕ ਹੋਵੇ ਨਾ, ਉਹਦੇ ਵਾਸਤੇ ਬਾਜ਼ਾਰ ਚੋਂ ਕੱਪੜਾ ਖਰੀਦਿਆ ਜਾਂਦਾ ਹੈ। ਤੇ ਕੱਪੜੇ ਨੂੰ ਖਰੀਦਣ ਲੱਗਿਆਂ 100 ਤਰ੍ਹਾਂ ਵੇਖਿਆ ਜਾਂਦਾ ਹੈ, ਇਹ ਕੱਪੜਾ ਉਹਨੂੰ ਜੱਚੇਗਾ ਕਿ ਨਹੀਂ। ਦੁਕਾਨਦਾਰ ਇੱਕ ਕੱਪੜਾ ਵਿਖਾਉਂਦਾ, ਅਸੀਂ ਪਾਸੇ ਕਰ ਦਿੰਦੇ ਹਾਂ ਵੀ ਇਹ ਕੱਪੜਾ ਨਹੀਂ ਉਹਨੂੰ ਪਸੰਦ ਆਉਣਾ। ਮੈਨੂੰ ਪਤਾ ਉਹਦੀ ਪਸੰਦ ਨਾ ਪਸੰਦ ਦਾ। ਕਿਉਂ ਖਰੀਦਿਆ ਜਾਂਦਾ ਹੈ ਭਲਾ? ਜਿਹਦੇ ਘਰੇ ਅਸੀਂ ਜਾ ਰਹੇ ਹਾਂ ਕਿਤੇ ਉਹ ਨਾਰਾਜ਼ ਨਾ ਹੋ ਜਾਏ, ਇਸੇ ਕਰਕੇ ਖਰੀਦਿਆ ਜਾਂਦਾ ਹੈ ਨਾ, ਵੀ ਕੱਪੜਾ ਵਧੀਆ ਹੋਵੇ, ਜਿਹੜਾ ਉਹਦੇ ਮਨ ਨੂੰ ਵੀ ਚੰਗਾ ਲੱਗੇ ਤੇ ਜਿਹੜਾ ਕੱਪੜਾ ਉਹਨੂੰ ਪਾਇਆ ਹੋਇਆ ਵੀ ਜੱਚੇ। ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਸਾਰਾ ਕੁਝ ਸਾਡੇ ਤੋਂ ਦਾਨ ਕਰ ਦਿੱਤਾ ਸੀ, ਸਾਰਾ ਕੁਝ ਸਾਡੇ ਤੋਂ ਵਾਰ ਦਿੱਤਾ ਸੀ। ਇੱਕੋ ਹੀ ਉਹਦੇ ਬਦਲੇ ਚੀਜ਼ ਮੰਗੀ ਸੀ, ਰਹਿਤ। ਤੇ ਅੱਜ ਜਦੋਂ ਅਸੀਂ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਆਉਨੇ ਆ, ਆਪਣਾ ਸਰੂਪ ਲੈ ਕੇ ਆਉਨੇ ਆ, ਆਪਣਾ ਤਨ ਲੈ ਕੇ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਆਉਨੇ ਆ, ਕਦੀ ਸੋਚਿਆ ਉਹਨੂੰ ਕੀ ਚੰਗਾ ਲੱਗੇਗਾ ਭਲਾ? ਬੰਦੇ ਨੇ ਰਿਸ਼ਤੇਦਾਰਾਂ ਦੇ ਕੋਲ ਜਾਣਾ ਹੋਵੇ ਤੇ ਬੰਦਾ ਕੱਪੜਾ ਵੇਖ ਕੇ ਪਰਖ ਕੇ ਲੈ ਕੇ ਜਾਂਦਾ, ਵਧੀਆ ਲੈ ਕੇ ਜਾਂਦਾ। ਜੇ ਮਾੜਾ ਲੈ ਗਿਆ ਤੇ ਉਹਨੂੰ ਚੰਗਾ ਨਾ ਲੱਗਿਆ ਤੇ ਮੇਰੇ ਪੈਸੇ ਲਾਇਆਂ ਦਾ ਕੀ ਫਾਇਦਾ? ਪਰ ਜਦੋਂ ਕਲਗੀਆਂ ਵਾਲੇ ਕੋਲ ਆਪਣਾ ਇਹ ਤਨ ਲੈ ਕੇ ਅਸੀਂ ਉਹਦੇ ਸਾਹਮਣੇ ਆਉਂਦੇ ਆ, ਕਦੀ ਸੋਚਿਆ ਵੀ ਉਹਨੂੰ ਕੀ ਚੰਗਾ ਲੱਗੇਗਾ ਭਲਾ? ਜਿਹੜਾ ਮਨੁੱਖ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਧਰਤੀ ਤੇ ਬਣਾ ਕੇ ਭੇਜਿਆ ਹੈ, ਜਿਹੜਾ ਸਰੀਰ ਉਹਨੇ ਦਿੱਤਾ ਹੈ, ਜਿਹੜਾ ਹੱਡ ਮਾਸ ਦਾ ਸਰੀਰ ਉਹਨੇ ਦਿੱਤਾ ਹੈ, ਉਹਨੂੰ ਤਾਂ ਉਹੀ ਚੰਗਾ ਲੱਗੇਗਾ ਨਾ। ਜੇ ਉਹਨੂੰ ਉਹ ਚੰਗਾ ਲੱਗਦਾ ਹੈ ਤੇ ਸਾਨੂੰ ਸਰੀਰ ਦੇ ਵਿੱਚ ਛੇੜਛਾੜ ਕਰਨ ਦੀ ਕੀ ਲੋੜ ਹੈ ਭਲਾ? ਸਤਿਗੁਰੂ ਨੇ ਆਖਿਆ ਸੀ ਨਾ, ਕੇਸ ਗੁਰੂ ਦੀ ਮੋਹਰ ਹੈ। ਮੋਹਰ ਕੀ ਹੁੰਦੀ ਹੈ ਭਲਾ? ਸਟੈਂਪ। ਜਦੋਂ ਕੋਈ ਰਾਜਾ ਇੱਕ ਥਾਂ ਤੇ ਰਾਜ ਕਰਦਾ ਹੋਵੇ ਨਾ, ਤੇ ਉਹਦਾ ਇੱਕ ਆਪਣਾ ਸਿੱਕਾ ਚੱਲਦਾ, ਸਿੱਕਾ। ਰਾਜੇ ਦਾ ਇੱਕ ਆਪਣਾ ਸਿੱਕਾ ਚੱਲਦਾ ਹੈ। ਉਸ ਸਿੱਕੇ ਦੇ ਉੱਪਰ ਰਾਜੇ ਦੇ ਨਾਮ ਦੀ ਮੋਹਰ ਲੱਗੀ ਹੁੰਦੀ ਹੈ, ਤੇ ਜਿੱਥੇ ਜਿੱਥੇ ਉਹ ਸਿੱਕਾ ਚੱਲਦਾ ਪਤਾ ਹੁੰਦਾ ਵੀ ਇਸ ਥਾਂ ਤੇ ਰਾਜੇ ਦਾ ਰਾਜ ਹੈ। ਇਹ ਸਿੱਕਾ ਉਸ ਰਾਜੇ ਦੀ ਮੋਹਰ ਦੇ ਅਧੀਨ ਚੱਲਦਾ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਰਾਜੇ ਇੱਕ ਥਾਂ ਤੋਂ ਦੂਜੀ ਥਾਂ ਤੇ ਚਿੱਠੀਆਂ ਭੇਜਿਆ ਕਰਦੇ ਸਨ, ਉਹਦੇ ਉੱਤੇ ਵੀ ਰਾਜੇ ਦੀ ਇੱਕ ਮੋਹਰ ਲੱਗੀ ਹੁੰਦੀ ਸੀ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ, ਕੇਸ ਗੁਰੂ ਦੀ ਮੋਹਰ ਹਨ। ਤੇ ਜੇ ਸਾਧ ਸੰਗਤ ਕੇਸ ਗੁਰੂ ਦੀ ਮੋਹਰ ਆ, ਤੇ ਕਿਉਂ ਮਿਟਾਈ ਅਸੀਂ ਗੁਰੂ ਦੀ ਮੋਹਰ ਆਪਣੇ ਤਨ ਦੇ ਉੱਤੋਂ? ਖਾਸ ਕਰ ਇਹ ਜਿਹੜਾ ਸਵਾਲ ਹੈ, ਇਹ ਭੈਣਾ ਮਤਾਵਾਂ ਵਾਸਤੇ ਜ਼ਿਆਦਾ ਹੈ। ਕਿਉਂ ਅਸੀਂ ਛੇੜਛਾੜ ਕਰਦੇ ਹਾਂ ਗੁਰੂ ਦੀ ਉਸ ਮੋਹਰ ਦੇ ਨਾਲ? ਉਹਨੇ ਸਾਰਾ ਕੁਝ ਸਾਡੇ ਤੋਂ ਵਾਰ ਦਿੱਤਾ, ਕੁਝ ਨਹੀਂ ਰੱਖਿਆ ਉਹਨੇ। ਕੱਲੀ ਕੱਲੀ ਚੀਜ਼ ਇੱਕ ਹਫ਼ਤੇ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਵੀ ਦੁਨੀਆ ਦਾ ਪਹਿਲਾ ਐਸਾ ਰਾਹੀ ਹੈ ਜਿਨੇ ਇੱਕ ਹਫ਼ਤੇ ਦੇ ਵਿੱਚ ਆਪਣਾ ਸਾਰਾ ਕੁਝ ਲੁਟਾ ਕੇ ਤੇ ਸਾਨੂੰ ਸਾਰਿਆਂ ਨੂੰ ਗਲ ਵਕੜੀ ਦੇ ਵਿੱਚ ਲਿਆ ਤੇ ਆਖਿਆ, ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ, ਜੀਵਤ ਕਈ ਹਜ਼ਾਰ। ਦੁਨੀਆ ਦਾ ਇਹੋ ਜਿਹਾ ਰਾਹੀ ਤੁਹਾਨੂੰ ਕਿਤੇ ਨਹੀਂ ਲੱਭੇਗਾ। ਨਾ ਛੇੜਛਾੜ ਕਰੀਏ ਉਹਦੀ ਉਸ ਮੋਹਰ ਦੇ ਨਾਲ, ਨਾ ਛੇੜਛਾੜ ਕਰੀਏ। ਜਿਹੋ ਜਿਹਾ ਕਲਗੀਆਂ ਵਾਲੇ ਨੇ ਬਣਾ ਕੇ ਸਾਨੂੰ ਭੇਜਿਆ, ਉਹੋ ਜਿਹਾ ਉਹਨੂੰ ਬਣ ਕੇ ਵਿਖਾਈਏ। ਜਿਹੋ ਜਿਹਾ ਕਲਗੀਆਂ ਵਾਲਾ ਚਾਹੁੰਦਾ ਵੀ ਮੇਰਾ ਪੁੱਤ ਇਹੋ ਜਿਹਾ ਹੋਣਾ ਚਾਹੀਦਾ, ਉਹਨੂੰ ਆਖੀਏ, ਪਾਤਸ਼ਾਹ ਤੇਰਾ ਪੁੱਤ ਅੱਜ ਮੁਕੰਮਲ ਹੈ, ਬਣ ਗਿਆ ਹਾਂ ਮੈਂ ਤੇਰਾ ਪੁੱਤ। ਮੈਂ ਨਹੀਂ ਅੱਜ ਤੋਂ ਬਾਅਦ ਛੇੜਛਾੜ ਕਰਦਾ। ਜੇ ਤੁਸੀਂ ਸਾਰੇ ਰਲ ਕੇ ਇਹ ਉਪਰਾਲਾ ਕਰ ਰਹੇ ਹੋ ਤੇ ਅੱਜ ਤੋਂ ਬਾਅਦ ਲੱਕ ਬੰਨੀਏ, ਪਾਤਸ਼ਾਹ ਜੀ ਤੁਹਾਡੀ ਦਿੱਤੀ ਹੋਈ ਇਸ ਮੋਹਰ ਦੇ ਨਾਲ ਅਸੀਂ ਅੱਜ ਤੋਂ ਬਾਅਦ ਛੇੜਛਾੜ ਕਦੇ ਨਹੀਂ ਕਰਾਂਗੇ।
ਇਹੋ ਹੀ ਹੈ ਗੁਰੂ ਦੀ ਚਾਲ ਚੱਲਣਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹੋ ਹੀ ਹੈ ਗੁਰੂ ਦੀ ਚਾਲ ਚੱਲਣਾ, ਗੁਰੂ ਦੇ ਦਿੱਤੇ ਹੋਏ ਸਬਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਚੇਤੇ ਕਰਨਾ। ਪਰਤ ਕੇ ਆਈਏ ਅਸੀਂ ਅੱਜ ਦੀ ਇਤਿਹਾਸ ਦੀ ਉਸ ਲੜੀ ਦੇ ਅੰਦਰ। ਸਾਧ ਸੰਗਤ, ਆਰੰਭ ਦੇ ਵਿੱਚ ਮੈਂ ਛੋਟੀ ਜਿਹੀ ਬੇਨਤੀ ਕਰਦੇ ਹਾਂ, ਕਿਉਂਕਿ ਵੀਰਾਂ ਨੇ ਪਰਚੀ ਤੇ ਮੈਨੂੰ ਲਿਖ ਕੇ ਵੀ ਦਿੱਤਾ ਹੋਇਆ ਹੈ। 2 ਕੈਲੰਡਰ ਨੇ ਜਿਹੜੇ ਅੱਜ ਸਾਡੇ ਸਿੱਖ ਪੰਥ ਦੇ ਵਿੱਚ ਮੁੱਖ ਰੂਪ ਦੇ ਵਿੱਚ ਚੱਲਦੇ ਨੇ। ਇੱਕ ਨੂੰ ਕਿਹਾ ਜਾਂਦਾ ਮੂਲ ਨਾਨਕਸ਼ਾਹੀ ਕੈਲੰਡਰ, ਜਿਹੜਾ 2003 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਾਗੂ ਕੀਤਾ ਗਿਆ ਸੀ, ਪਰ 2009 ਦੇ ਵਿੱਚ ਕੁਝ ਕੁ ਬੰਦਿਆਂ ਨੇ ਰਲ ਕੇ, ਮੈਂ ਸ਼ਬਦ ਵਰਤਾਂ ਤਾਂ ਉਸ ਕੈਲੰਡਰ ਦਾ ਕਤਲ ਕਰ ਦਿੱਤਾ। ਮੈਂ ਕਤਲ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਬੜੀ ਬੇਰਹਿਮੀ ਦੇ ਨਾਲ ਤੇ ਬੜੀ ਬੇਕਿਰਕੀ ਨਾਲ ਉਸ ਕੈਲੰਡਰ ਨੂੰ ਤਿਲਾਂਜਲੀ ਦਿੱਤੀ ਗਈ ਤੇ ਫਿਰ ਜਿਹੜਾ ਬੇਪਰਵਾਦ ਵਾਲਾ ਕੈਲੰਡਰ ਚੁੱਕ ਕੇ ਤੇ ਸਾਡੇ ਸਿੱਖਾਂ ਦੇ ਮੱਥੇ ਤੇ ਮੜ ਦਿੱਤਾ ਗਿਆ। ਉਸ ਵਕਤ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਜਥੇਬੰਦੀ ਦਾ ਇੱਕ ਮੁਖੀ ਸੀ, ਉਹਨਾਂ ਦੋਵਾਂ ਨੇ ਰਲ ਕੇ ਉਸ ਕੈਲੰਡਰ ਦਾ ਕਤਲ ਕਰ ਦਿੱਤਾ। ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਸਮੁੱਚੇ ਇਤਿਹਾਸ ਦੇ ਪ੍ਰਸੰਗ ਨੂੰ ਪੜ੍ਹਦੇ ਆ ਨਾ, 8 ਪੋਹ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਤੇ 13 ਪੋਹ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ। ਜਦੋਂ ਤੁਸੀਂ ਸਾਧ ਸੰਗਤ ਇਹਨਾਂ ਦੋਵਾਂ ਤਰੀਕਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਵੇਖੋਗੇ ਤੇ 8 ਪੋਹ ਹਰ ਸਾਲ 21 ਦਸੰਬਰ ਨੂੰ ਆਵੇਗਾ ਤੇ 13 ਪੋਹ ਹਰ ਸਾਲ 26 ਦਸੰਬਰ ਨੂੰ ਆਵੇਗਾ। ਇਹ ਤਰੀਕਾਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ, ਇਹਨਾਂ ਤਰੀਕਾਂ ਵਿੱਚ ਕੋਈ ਮਿਲਾਵਟ ਨਹੀਂ ਸੀ। ਪਰ ਜਿਹੜਾ ਅੱਜ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਛਾਪਿਆ ਜਾ ਰਿਹਾ ਹੈ, ਇਹਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 22 ਦਸੰਬਰ ਨੂੰ ਕਰ ਦਿੱਤੀ ਗਈ ਹੈ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 27 ਦਸੰਬਰ ਨੂੰ ਕਰ ਦਿੱਤੀ ਗਈ ਹੈ। ਅੱਜ ਵੀ ਤੁਸੀਂ ਵੇਖੋ, ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋੜ ਮੇਲਾ ਮਨਾਇਆ ਜਾਂਦਾ ਸਾਹਿਬਜ਼ਾਦਿਆਂ ਦੇ ਉਸ ਸ਼ਹੀਦੀ ਦਿਨ ਦੇ ਸੰਬੰਧ ਵਿੱਚ, ਉਹ 27 ਦਸੰਬਰ ਨੂੰ ਮਨਾਇਆ ਜਾਂਦਾ ਹੈ। ਪਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦਿੰਦੇ ਹੋਏ, ਸਖਤੀ ਦੇ ਨਾਲ ਪਹਿਰਾ ਦਿੰਦੇ ਹੋਏ ਉਸ ਦਿਨ ਨੂੰ 26 ਦਸੰਬਰ ਨੂੰ ਮਨਾਉਣ ਦਾ ਯਤਨ ਕੀਤਾ ਹੈ, ਕਿਉਂਕਿ 26 ਦਸੰਬਰ ਹੀ ਉਹ ਤਰੀਕ ਬਣਦੀ ਹੈ ਜਿਸ ਦਿਨ ਗੁਰੂ ਕੇ ਲਾਲ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ। ਇਹ ਇੱਕ ਵੱਖਰਾ ਵਿਸ਼ਾ ਹੈ, ਮੈਂ ਅੱਜ ਇਹਦੇ ਵਿੱਚ ਨਹੀਂ ਜਾਵਾਂਗਾ। ਅੱਜ ਜਿਸ ਦਿਨ ਨੂੰ ਮੁਖਾਤਬ ਹੋ ਕੇ ਅਸੀਂ ਸਾਰੇ ਹੀ ਬੈਠੇ ਹਾਂ, ਇਹ ਦਿਨ ਦੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਕੀਮਤ ਹੈ, ਬੜੀ ਵੱਡੀ ਅਹਿਮੀਅਤ ਹੈ। ਮੈਂ ਪਿਛਲੇਰੇ ਦਿਨਾਂ ਦੇ ਵਿੱਚ ਚਮਕੌਰ ਸਾਹਿਬ ਦੀ ਗੜੀ ਦਾ ਉਹ ਪ੍ਰਸੰਗ ਤੁਹਾਡੇ ਨਾਲ ਸਾਂਝਾ ਕੀਤਾ ਸੀ। ਮੈਂ ਇਤਿਹਾਸ ਦੀ ਥੋੜੀ ਜਿਹੀ ਲੜੀ ਨੂੰ ਪਿੱਛੇ ਤੋਂ ਵਿਚਾਰਨ ਦਾ ਯਤਨ ਕਰਾਂਗਾ ਤਾਂ ਕਿ ਗੱਲ ਸੌਖੇ ਤਰੀਕੇ ਨਾਲ ਸਾਨੂੰ ਸਮਝ ਵਿੱਚ ਲੱਗ ਸਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਚੋਂ ਨਿਕਲ ਕੇ ਮਾਛੀਵਾੜੇ ਦੇ ਅੱਗੇ ਦਾ ਸਫ਼ਰ ਤੈਅ ਕਰਦੇ ਨੇ। ਦੁਨੀਆ ਦਾ ਉਹ ਬੇਪਰਵਾਹ ਰਾਹੀ ਜਿਹਨੂੰ ਕਿਸੇ ਤਰ੍ਹਾਂ ਦਾ ਰੱਬ ਦੇ ਨਾਲ ਕੋਈ ਉਲਾਮਾ ਨਹੀਂ, ਮਾਛੀਵਾੜੇ ਦੇ ਜੰਗਲ ਵਿੱਚ ਖੂਹ ਦੀਆਂ ਟਿੰਡਾਂ ਦਾ ਸਹਾਰਾ ਬਣਾ ਕੇ ਸੁੱਤਾ ਹੋਇਆ ਹੈ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਤਿੰਨੇ ਗੁਰੂ ਕੇ ਸਿੱਖ ਮਾਛੀਵਾੜੇ ਦੇ ਜੰਗਲ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਆਣ ਕੇ ਮਿਲਦੇ ਨੇ। ਉਸ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਭਾਈ ਗੁਲਾਬੇ ਦੇ ਘਰੇ, ਭਾਈ ਪੰਜਾਬੇ ਦੇ ਘਰੇ ਜਾਂਦੇ ਨੇ, ਪ੍ਰਸ਼ਾਦਾ ਪਾਣੀ ਛਕਿਆ ਜਾਂਦਾ ਹੈ। ਉਸ ਤੋਂ ਬਾਅਦ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਕਲਗੀਧਰ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਾ ਕੇ, ਉੱਚ ਦੇ ਪੀਰ ਦਾ ਮਤਲਬ ਹੁੰਦਾ ਹੈ ਪੀਰਾਂ ਦਾ ਪੀਰ, ਪੀਰਾਂ ਦਾ ਪੀਰ ਬਣਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਮਾਛੀਵਾੜੇ ਦੇ ਉਸ ਜੰਗਲ ਦੇ ਵਿੱਚੋਂ ਅੱਗੇ ਦਾ ਜਿਹੜਾ ਸਫ਼ਰ ਹੈ ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਤੈਅ ਕਰਦੇ ਨੇ। ਮਾਛੀਵਾੜੇ ਦੇ ਜੰਗਲ ਵਿੱਚੋਂ ਨਿਕਲ ਕੇ ਸਤਿਗੁਰੂ ਜੀ ਸਭ ਤੋਂ ਪਹਿਲਾ ਟਿਕਾਣਾ ਕਰਦੇ ਨੇ ਸ਼੍ਰੀ ਆਲਮਗੀਰ ਸਾਹਿਬ, ਜਿੱਥੇ ਅੱਜ ਉਹਨਾਂ ਦੀ ਯਾਦ ਵਿੱਚ ਬੜਾ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉਸ ਸਥਾਨ ਤੇ ਕਲਗੀਆਂ ਵਾਲੇ ਪਾਤਸ਼ਾਹ ਪਹੁੰਚੇ, ਉਹਨਾਂ ਦੇ ਨਾਲ ਉਹਨਾਂ ਦੇ ਸਿੱਖ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਸਤਿਗੁਰੂ ਜੀ ਦੀ ਸਵਾਰੀ ਨੂੰ ਆਲਮਗੀਰ ਸਾਹਿਬ ਤੱਕ ਲੈ ਕੇ ਜਾਂਦੇ ਨੇ। ਉਸ ਤੋਂ ਬਾਅਦ ਮਹਾਰਾਜ ਲੱਖੀ ਜੰਗਲ ਦਾ ਅੱਗੇ ਦਾ ਸਫ਼ਰ ਤੈਅ ਕਰਦੇ ਨੇ। ਉਸ ਵਕਤ ਜਿਹੜਾ ਮਾਲਵਾ ਏਰੀਆ ਹੁੰਦਾ ਸੀ, ਜਿਹਨੂੰ ਅੱਜ ਅਸੀਂ ਮਾਲਵਾ ਏਰੀਆ ਕਹਿੰਦੇ ਆ, ਜਿਹੜਾ ਸਤਲੁਜ ਦਰਿਆ ਤੋਂ ਪਾਰ ਦਾ ਇਲਾਕਾ ਹੈ, ਉਸ ਸਮੁੱਚੇ ਇਲਾਕੇ ਨੂੰ ਮਾਲਵਾ ਏਰੀਆ ਕਿਹਾ ਜਾਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਰੁੱਖ ਹੁੰਦੇ ਸਨ
ਤੇ ਲੱਖਾਂ ਹੀ ਰੁੱਖਾਂ ਦਾ ਇੱਕ ਝੁੰਡ ਹੋਣ ਕਰਕੇ ਉਸ ਇਲਾਕੇ ਨੂੰ ਲੱਖੀ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ, ਜਿੱਥੇ ਲੱਖਾਂ ਹੀ ਦਰਖਤ ਹੋਣ, ਜਿੱਥੇ ਬਹੁਤ ਵੱਡਾ ਇੱਕ ਜੰਗਲ ਹੋਵੇ। ਤੇ ਸਤਿਗੁਰੂ ਜੀ ਦੇ ਇੱਧਰ ਜਾਣ ਦਾ ਇੱਕ ਹੋਰ ਵੀ ਕਾਰਨ ਸੀ, ਕਿਉਂਕਿ ਜਿਹੜੀਆਂ ਪਹਾੜੀ ਫੌਜਾਂ ਸਨ ਇਹ ਕਲਗੀਧਰ ਪਾਤਸ਼ਾਹ ਜੀ ਦੀਆਂ ਵਿਰੋਧੀ ਹੋ ਚੁੱਕੀਆਂ ਸਨ। ਇਸ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਉਹ ਵੀ ਕਲਗੀਧਰ ਪਾਤਸ਼ਾਹ ਜੀ ਦਾ ਵਿਰੋਧੀ ਸੀ। ਉਹਨਾਂ ਦੀਆਂ ਫੌਜਾਂ ਲੱਭ ਰਹੀਆਂ ਸਨ, ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਮਿਲ ਜਾਣ ਤੇ ਅਸੀਂ ਲੋਕਾਂ ਦੇ ਸਾਹਮਣੇ ਮੂੰਹ ਵਿਖਾਉਣ ਜੋਗੇ ਹੋ ਜਾਈਏ ਤੇ ਦੱਸ ਸਕੀਏ 7-8 ਮਹੀਨੇ ਦਾ ਘੇਰਾ ਪਾ ਕੇ ਅਸੀਂ ਸਿੱਖਾਂ ਦੇ ਗੁਰੂ ਨੂੰ ਫੜ ਲਿਆ। ਪਰ ਜਿਹੜਾ ਇਹ ਮਾਲਵੇ ਦਾ ਏਰੀਆ ਸੀ, ਮਾਲਵੇ ਦਾ ਇਲਾਕਾ ਸੀ, ਇਸ ਇਲਾਕੇ ਦੇ ਵਿੱਚ ਗੁਰੂ ਕੇ ਬੜੇ ਸ਼ਰਧਾਵਾਨ ਤੇ ਸਿੱਖੀ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਵਸਦੇ ਸਨ, ਜਿਨ੍ਹਾਂ ਦੇ ਵਿੱਚ ਭਾਈ ਡੱਲੇ ਦਾ ਨਾਂ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਸਾਨੂੰ ਮਿਲਦਾ ਹੈ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਲਮਗੀਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ, ਉੱਥੇ ਉਹਨਾਂ ਦੀ ਸਵਾਰੀ ਨੂੰ ਉਤਾਰਿਆ ਜਾਂਦਾ ਹੈ। ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਨੂੰ ਕਲਗੀਧਰ ਪਾਤਸ਼ਾਹ ਜੀ ਆਲਮਗੀਰ ਸਾਹਿਬ ਦੀ ਧਰਤੀ ਤੋਂ ਵਾਪਸ ਉਹਨਾਂ ਦੇ ਪਿੰਡ ਵਿੱਚ ਭੇਜ ਦਿੰਦੇ ਨੇ, ਤਾਂ ਕਿ ਜਿਹੜਾ ਅੱਗੇ ਦਾ ਸਫ਼ਰ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਸਾਧ ਸੰਗਤ ਦੂਜੇ ਪਾਸੇ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦਾ ਦੂਜਾ ਹਿੱਸਾ ਧੰਨ ਮਾਤਾ ਗੁਜਰ ਕੌਰ, ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ। ਅਸੀਂ ਪਹਿਲੀ ਇਤਿਹਾਸ ਦੀ ਲੜੀ ਵਿੱਚ ਇਸ ਬੇਨਤੀ ਨੂੰ ਸਾਂਝਾ ਕੀਤਾ ਸੀ, ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਮਾਤਾ ਗੁਜਰ ਕੌਰ, ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਠਹਿਰਦੇ ਨੇ। ਉਹ ਰਾਤ ਸੀ 7 ਪੋਹ ਦੀ, 7 ਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਰਾਤ ਦਾ ਟਿਕਾਣਾ ਕਰਦੇ ਨੇ। ਸਵੇਰ ਚੜ੍ਹਦੀ ਹੈ, ਮਾਂ ਲక్ష్ਮੀ ਆਪਣੇ ਘਰ ਦੇ ਵਿੱਚੋਂ ਜਿੰਨਾ ਕੁ ਉਹਨਾਂ ਦੇ ਕੋਲ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਹੋ ਸਕਦਾ ਸੀ, ਆਪਣੇ ਘਰ ਵਿੱਚੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਾਹਿਬਜ਼ਾਦਿਆਂ ਦੇ ਸਾਹਮਣੇ ਉਹਨੇ ਪਰੋਸਿਆ। ਸਾਹਿਬਜ਼ਾਦਿਆਂ ਨੇ ਭੋਜਨ ਨੂੰ ਛਕਿਆ। ਅਚਾਨਕ ਉੱਥੇ ਗੰਗੂ ਤੁਰਿਆ ਆਉਂਦਾ ਸੀ, ਕਿਉਂਕਿ ਗੰਗੂ ਨੂੰ ਉਸ ਵਕਤ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਛੱਡ ਦਿੱਤਾ ਹੈ। ਇਤਿਹਾਸ ਵਿੱਚ ਵੈਸੇ ਇੱਕ ਹੋਰ ਨਾਂ ਆਉਂਦਾ ਹੈ ਧੂਮਾ ਤੇ ਦਰਬਾਰੀ, ਕਿਉਂਕਿ ਦੁੰਨਾ ਸਿੰਘ ਹੰਡੂਰੀਏ ਦੀ ਇੱਕ ਲਿਖਤ ਹੈ। ਜਦੋਂ ਤੁਸੀਂ ਪਿਆਰਾ ਸਿੰਘ ਪਦਮ ਜੀ ਦੀ ਕਿਤਾਬ ਪੜ੍ਹੋਗੇ 4 ਸਾਹਿਬਜ਼ਾਦੇ, ਉਹਦੇ ਵਿੱਚ 4 ਸਾਹਿਬਜ਼ਾਦੇ ਕਿਤਾਬ ਦੇ ਪਹਿਲਾਂ ਦੁੰਨਾ ਸਿੰਘ ਹੰਡੂਰੀਏ ਦੀ ਲਿਖਤ ਪਿਆਰਾ ਸਿੰਘ ਪਦਮ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਉਹ ਲਿਖਤ ਸਿੱਖ ਰਾਏ ਫਰੈਂਸ ਲਾਇਬ੍ਰੇਰੀ ਦੇ ਵਿੱਚ 1984 ਤੋਂ ਪਹਿਲਾਂ ਮੌਜੂਦ ਸੀ, ਪਰ ਜਦੋਂ 1984 ਦੇ ਵਿੱਚ ਜੂਨ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੁੰਦਾ ਹੈ, ਸਿੱਖ ਰਾਏ ਫਰੈਂਸ ਲਾਇਬ੍ਰੇਰੀ ਨੂੰ ਸਾੜ ਦਿੱਤਾ ਜਾਂਦਾ ਹੈ। ਕਿਤਾਬਾਂ ਚੁੱਕ ਕੇ ਭਾਰਤ ਸਰਕਾਰ ਉਹਨਾਂ ਨੂੰ ਆਪਣੇ ਹਵਾਲੇ ਦੇ ਵਿੱਚ ਕਰ ਲੈਂਦੀ ਹੈ। ਉਸ ਤੋਂ ਬਾਅਦ ਖਾਲਸਾ ਪੰਥ ਦੇ ਕੋਲ ਉਸ ਕਿਤਾਬ ਦਾ ਕੋਈ ਖੁਰਾ ਖੋਜ ਨਹੀਂ ਲੱਭਾ। ਉਹ ਕਿਤਾਬ ਸਾਡੇ ਵਿਰਸੇ ਦੇ ਵਿੱਚੋਂ ਗਵਾਚ ਗਈ, ਪਰ ਉਹਦਾ ਕੁਝ ਹਿੱਸਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ 4 ਸਾਹਿਬਜ਼ਾਦੇ ਆਪਣੀ ਪੁਸਤਕ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਹੈ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਬੜਾ ਭਾਵਪੂਰਤ ਪ੍ਰਸੰਗ ਬਿਆਨ ਕੀਤਾ। ਮਾਤਾ ਗੁਜਰ ਕੌਰ ਤੇ ਉਹਨਾਂ ਦੇ ਨਾਲ ਉਹਨਾਂ ਦੇ 2 ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਠਹਿਰੇ ਤੇ ਇੱਕ ਦਰਖਤ ਹੈ, ਪਿਲਕਣ ਦਾ ਦਰਖਤ ਉੱਥੇ ਬਣਿਆ ਹੋਇਆ ਸੀ। ਉੱਥੇ ਅੱਜ ਗੁਰਦੁਆਰਾ ਪਿਲਕਣ ਸਾਹਿਬ ਬਣਿਆ ਹੋਇਆ। ਗੰਗੂ ਮਾਤਾ ਜੀ ਨੂੰ ਆਣ ਕੇ ਉੱਥੇ ਮਿਲਦਾ ਹੈ। ਮਾਤਾ ਜੀ ਜਾਣ ਲੱਗੇ ਮਾਂ ਲక్ష్ਮੀ ਦੀ ਸੇਵਾ ਤੋਂ ਤੁਰ ਉੱਠ ਕੇ ਪ੍ਰਸੰਨ ਹੋ ਕੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਹੀਰੇ ਦਾ ਨਗ ਜੜਿਆ ਹੋਇਆ ਸੀ। ਉਹ ਹੀਰੇ ਦਾ ਨਗ ਮਾਂ ਲక్ష్ਮੀ ਨੂੰ ਦੇ ਦਿੰਦੇ ਨੇ, ਤੇ ਜਿਹੜਾ ਕੁੰਮਾ ਮਾਸ਼ੀ ਜਿਹਦਾ ਨਾਮ ਕਮਰੂਦੀਨ ਸੀ, ਉਹਨੂੰ ਕੁਝ ਮੋਹਰਾਂ ਮਾਤਾ ਗੁਜਰੀ ਦੇ ਵੱਲੋਂ ਆਪਣੇ ਥੈਲੇ ਦੇ ਵਿੱਚੋਂ ਕੱਢ ਕੇ ਦਿੱਤੀਆਂ ਜਾਂਦੀਆਂ ਨੇ। ਗੰਗੂ ਇਸ ਸਾਰੇ ਬਿਰਤਾਂਤ ਨੂੰ ਵੇਖਦਾ ਹੈ, ਮਨ ਵਿੱਚ ਲੋਭੀ ਹੋ ਜਾਂਦਾ ਹੈ, ਬੇਈਮਾਨ ਹੋ ਜਾਂਦਾ ਹੈ। ਕਾਸ਼ ਕਿਤੇ ਮਾਤਾ ਜੀ ਦਾ ਉਹ ਮੋਹਰਾਂ ਵਾਲਾ ਝੋਲਾ ਮੇਰੇ ਹੱਥ ਵਿੱਚ ਆ ਜਾਵੇ ਤੇ ਮੈਂ ਇਹਨਾਂ ਨੂੰ ਕਾਬੂ ਵਿੱਚ ਕਰ ਲਵਾਂ, 2-4 ਦਿਨ ਮੈਂ ਸੌਖੀ ਰੋਟੀ ਖਾ ਸਕਾਂਗਾ। ਲੋਭੀ ਹੋ ਗਿਆ। ਮਾਤਾ ਜੀ ਨੂੰ ਆਣ ਕੇ ਕਹਿਣ ਲੱਗਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਰਿਹਾ, ਮੈਂ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਨੂੰ ਤੱਕਿਆ, ਮੈਂ ਵੇਖਿਆ ਉੱਥੋਂ ਦੇ ਨਜ਼ਾਰਿਆਂ ਨੂੰ। ਮੈਂ ਵੀ ਗੁਰੂ ਕਾ ਬੜਾ ਵੱਡਾ ਸ਼ਰਧਾਵਾਨ ਸਿੱਖ ਹਾਂ। ਜਦੋਂ ਇਹੋ ਜਿਹੀਆਂ ਗੱਲਾਂ ਗੰਗੂ ਨੇ ਮਾਤਾ ਜੀ ਨਾਲ ਕੀਤੀਆਂ
ਤੇ ਮਾਤਾ ਜੀ ਨੂੰ ਗੰਗੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਾਤਾ ਜੀ ਤੁਸੀਂ ਸਾਡੇ ਨਾਲ ਚੱਲੋ। ਮਾਤਾ ਗੁਜਰ ਕੌਰ ਉਹਨਾਂ ਦੇ ਨਾਲ ਚੱਲਦੇ ਨੇ। ਹੁਣ ਸਾਰੇ ਸਫ਼ਰ ਦੇ ਵਿੱਚ ਗੰਗੂ ਇਹੋ ਹੀ ਗੱਲ ਸੋਚਦਾ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮੋਹਰਾਂ ਵਾਲਾ ਜਿਹੜਾ ਝੋਲਾ ਹੈ ਇਹ ਮੇਰੇ ਤੱਕ ਪਹੁੰਚ ਜਾਵੇ, ਮੈਂ ਇਸ ਮੋਹਰਾਂ ਵਾਲੇ ਝੋਲੇ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਵਾਂ। ਪਰ ਸਫਲ ਨਾ ਹੋ ਸਕਿਆ। ਜਿਹੜੀ 8 ਪੋਹ ਦੀ ਰਾਤ ਪਈ, ਕਿਉਂਕਿ 7 ਪੋਹ ਦੀ ਰਾਤ ਕੁੰਮੇ ਮਾਸ਼ੀ ਦੀ ਛੰਨ ਵਿੱਚ ਸਨ, 8 ਪੋਹ ਦੀ ਰਾਤ ਪਈ। ਸਹੇੜੀ ਪਿੰਡ ਤੋਂ ਥੋੜਾ ਜਿਹਾ ਦੂਰ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਹਦਾ ਨਾਮ ਹੈ ਐਮਾ ਸਾਹਿਬ। ਉਸ ਗੁਰਦੁਆਰੇ ਦਾ ਨਾਮ ਹੈ। ਉਸ ਥਾਂ ਤੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਠਹਿਰਦੇ ਨੇ 8 ਪੋਹ ਦੀ ਰਾਤ ਨੂੰ, ਜਿੱਦਣ ਚਮਕੌਰ ਦਾ ਸਾਰਾ ਦਿਨ ਜੰਗ ਹੋਇਆ। ਤੇ ਉਸ ਦਿਨ ਤੱਕ ਮਾਤਾ ਗੁਜਰ ਕੌਰ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਵੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹਨਾਂ ਦੇ ਨਾਲ ਉਹਨਾਂ ਦੇ ਸਿੱਖ ਚਮਕੌਰ ਦੀ ਗੜੀ ਦੇ ਵਿੱਚ ਅੱਜ ਸ਼ਹਾਦਤ ਦਾ ਜਾਮ ਪੀ ਗਏ ਨੇ। ਉਹਨਾਂ ਨੂੰ ਉਸ ਵਕਤ ਤੱਕ ਉਸ ਸਮੁੱਚੇ ਘਟਨਾਕ੍ਰਮ ਦਾ ਨਹੀਂ ਸੀ ਪਤਾ। ਮਾਤਾ ਗੁਜਰ ਕੌਰ ਸਹੇੜੀ ਪਿੰਡ ਤੋਂ ਥੋੜੀ ਜਿਹੀ ਦੂਰ ਰੁਕਦੇ ਨੇ, ਕਿਉਂਕਿ ਗੰਗੂ ਇਹ ਨਹੀਂ ਸੀ ਚਾਹੁੰਦਾ ਵੀ ਮਾਤਾ ਜੀ ਨੂੰ ਮੈਂ ਆਪਣੇ ਘਰ ਤੱਕ ਲਿਜਾ ਕੇ ਤੇ ਇਹਨਾਂ ਨੂੰ ਆਪਣੇ ਘਰ ਵਿੱਚ ਠਹਿਰਨ ਵਾਸਤੇ ਜਗ੍ਹਾ ਦੇਵਾਂ। ਉਹ ਸੋਚਦਾ ਸੀ ਕਿਤੇ ਕੋਈ ਨਵੀਂ ਬਿਪਤਾ ਮੈਂ ਨਾ ਸਹੇੜ ਲਵਾਂ। ਸਿਰਫ ਇੱਕੋ ਮਨਸੂਬਾ ਸੀ ਗੰਗੂ ਦਾ ਵੀ ਜਿਹੜਾ ਮੋਹਰਾਂ ਵਾਲਾ ਥੈਲਾ ਹੈ ਮੇਰਾ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਤੇ ਕਬਜ਼ਾ ਹੋ ਜਾਵੇ, ਮੈਂ ਕਾਬੂ ਪਾ ਲਵਾਂ। ਅੱਜ ਤੱਕ ਦੁਨੀਆ ਦੇ ਲੋਕ ਸਾਧ ਸੰਗਤ ਮਾਇਆ ਦੇ ਪਿੱਛੇ ਮਰਦੇ ਆਏ ਨੇ, ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਮਾਇਆ ਅੱਜ ਤੱਕ ਕਿਸੇ ਦੀ ਸਕੀ ਨਹੀਂ ਹੋਈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਭਰਾ ਭਰਾ ਦੇ ਪਿੱਛੇ ਜ਼ਮੀਨਾਂ ਦੇ ਨਾਲ ਲੜਦੇ ਨੇ, ਜ਼ਮੀਨ ਉੱਥੇ ਰਹਿ ਜਾਂਦੀ ਹੈ, ਦੋਵੇਂ ਭਰਾ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਰਾਜੇ ਇੱਕ ਦੂਜੇ ਦੇ ਨਾਲ ਰਾਜ ਦੇ ਪਿੱਛੇ ਲੜਦੇ ਨੇ। ਬੜੇ ਰਾਜ ਇਸ ਧਰਤੀ ਤੇ ਆਏ, ਬੜੇ ਰਾਜ ਇਸ ਧਰਤੀ ਤੋਂ ਤਬਾਹ ਹੁੰਦੇ ਰਹੇ। ਜ਼ਮੀਨ ਉੱਥੇ ਹੈ, ਰਾਜ ਉੱਥੇ ਹੈ। ਅੱਜ ਉਹਨਾਂ ਰਾਜਿਆਂ ਦਾ ਕੋਈ ਨਾਮ ਲੈਣ ਵਾਸਤੇ ਵੀ ਇਸ ਧਰਤੀ ਤੇ ਤਿਆਰ ਨਹੀਂ। ਜਿਹੜੇ ਕਹਿੰਦੇ ਸੀ ਸਾਡਾ ਸਿੱਕਾ ਇਸ ਦੁਨੀਆ ਤੇ ਚੱਲੇਗਾ, ਸਾਡਾ ਨਾਂ ਇਸ ਦੁਨੀਆ ਤੇ ਚਮਕਦਾ ਰਹੇਗਾ, ਇਹੋ ਹੀ ਮਾਇਆ ਦਾ ਲਾਲਚ ਗੰਗੂ ਦੇ ਮਨ ਵਿੱਚ ਆਇਆ। ਆਪਣੇ ਪਿੰਡ ਤੋਂ ਥੋੜੀ ਜਿਹੀ ਦੂਰ ਮਾਤਾ ਜੀ ਨੂੰ ਠਹਿਰਾਇਆ ਤੇ ਕਹਿਣ ਲੱਗਾ, ਮਾਤਾ ਜੀ ਮੈਂ ਨੇੜੇ ਕਿਸੇ ਪਿੰਡ ਦੇ ਵਿੱਚੋਂ ਜਾ ਕੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦਾ, ਕਿਉਂਕਿ ਮੇਰਾ ਪਿੰਡ ਅਜੇ ਇੱਥੋਂ ਥੋੜੀ ਜਿਹੀ ਦੂਰ ਹੈ। ਨੇੜੇ ਸੀ ਪਰ ਝੂਠ ਬੋਲਿਆ, ਕਹਿੰਦਾ ਮੇਰਾ ਪਿੰਡ ਇੱਥੋਂ ਥੋੜੀ ਜਿਹੀ ਅਜੇ ਦੂਰ ਹੈ, ਅਸੀਂ ਅੱਜ ਦੀ ਰਾਤ ਇੱਥੇ ਠਹਿਰਦੇ ਹਾਂ। ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਗੰਗੂ ਨੇ ਕਿਸੇ ਪਿੰਡ ਦੇ ਵਿੱਚੋਂ, ਸਾਹਿਬਜ਼ਾਦਿਆਂ ਦੇ ਸਾਹਮਣੇ ਉਸ ਪਿੰਡ ਦੇ ਵਿੱਚੋਂ ਇਕੱਠੇ ਕੀਤੇ ਪ੍ਰਸ਼ਾਦੇ ਪਾਣੀ ਨੂੰ ਗੰਗੂ ਨੇ ਪਰੋਸਿਆ। ਉਸ ਤੋਂ ਬਾਅਦ ਰਾਤ ਪੈ ਜਾਂਦੀ ਹੈ। ਮਾਂ ਲక్ష్ਮੀ ਨੇ ਮਾਤਾ ਗੁਜਰ ਕੌਰ ਨੂੰ ਇੱਕ ਖੱਦਰ ਦਾ ਕੱਪੜਾ ਦਿੱਤਾ ਸੀ। ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਦੇ ਉੱਪਰ ਇੱਕ ਖੱਦਰ ਦਾ ਕੱਪੜਾ ਦੇ ਕੇ ਉਹਨਾਂ ਨੇ ਸਾਰੀ ਰਾਤ ਉਸ ਜਾੜਪੀਆ ਬਾਣ ਦੇ ਸੰਘਣੇ ਇਲਾਕੇ ਦੇ ਵਿੱਚ ਠੰਡੀ ਰਾਤ ਉਹਨਾਂ ਨੇ ਅਸਮਾਨ ਦੇ ਥੱਲੇ ਲੰਘਾਈ। ਮਾਂ ਗੁਜਰ ਕੌਰ ਸਾਰੀ ਰਾਤ ਆਪਣੇ ਪੁੱਤ ਬਾਰੇ, ਆਪਣੇ ਪੋਤਿਆਂ ਬਾਰੇ ਸੋਚਦੀ ਹੈ। ਪਤਾ ਨਹੀਂ ਕਿੱਥੇ ਹੋਏਗਾ ਪਰਿਵਾਰ, ਕਿੰਨਾ ਹਾਲਾਤਾਂ ਵਿੱਚ ਹੋਏਗਾ। ਅੱਜ ਉਹਨਾਂ ਦਾ ਸਰੀਰ ਬੁਰੀ ਤਰ੍ਹਾਂ ਝੰਬਿਆ ਪਿਆ ਹੈ, ਥੱਕੇ ਹੋਏ ਨੇ, ਪਰ ਤਾਂ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਆ ਰਹੀ। ਸਾਰੀ ਰਾਤ ਜਾਗਦੇ ਰਹੇ। ਗੰਗੂ ਸਾਰੀ ਰਾਤ ਇਸ ਤਾਕ ਵਿੱਚ ਰਿਹਾ ਵੀ ਕਦੋਂ ਮਾਤਾ ਜੀ ਸੌਣ ਤੇ ਕਦੋਂ ਇਹਨਾਂ ਦੀਆਂ ਮੋਹਰਾਂ ਨੂੰ ਮੈਂ ਚੁੱਕ ਕੇ ਤੇ ਆਪਣੇ ਕਬਜ਼ੇ ਦੇ ਵਿੱਚ ਕਰਾਂ। ਪਰ ਗੰਗੂ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਾ ਹੋ ਸਕਿਆ। ਜਦੋਂ ਰਾਤ ਦਾ ਅਖੀਰਲਾ ਪਹਿਰ ਬਾਕੀ ਬਚਿਆ, ਗੰਗੂ ਦੀ ਅੱਖ ਲੱਗ ਗਈ। ਸਵੇਰ ਹੋਈ, ਲਾਗੇ ਇੱਕ ਤਲਾਅ ਸੀ। ਉਸ ਤਲਾਅ ਤੋਂ ਮਾਤਾ ਗੁਜਰ ਕੌਰ ਨੇ ਆਪਣਾ ਚਿਹਰਾ ਧੋਤਾ, ਸਾਫ਼ ਕੀਤਾ ਆਪਣੇ ਚਿਹਰੇ ਨੂੰ ਤੇ ਸਵੇਰ ਵੇਲੇ ਨਿਤਨੇਮ ਦੇ ਪਾਠ ਦੇ ਵਿੱਚ ਮਾਤਾ ਗੁਜਰ ਕੌਰ ਦੀ ਜੁੜ ਜਾਂਦੇ ਨੇ। ਜਦੋਂ ਸੂਰਜ ਦਾ ਚੜ੍ਹਾਅ ਹੋਇਆ, ਗੰਗੂ ਇੱਕਦਮ ਉਬੜ ਵਾਹੇ ਉੱਠਿਆ ਤੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ, ਜਿਹੜੇ ਕੰਮ ਵਾਸਤੇ ਤੂੰ ਆਇਆ ਸਾਂ ਤੂੰ ਤਾਂ ਉਹ ਕੰਮ ਕਰ ਹੀ ਨਹੀਂ ਸਕਿਆ, ਤੂੰ ਤਾਂ ਰਾਤ ਨੂੰ ਸੌਂ ਗਿਆ। ਅਗਲਾ ਦਿਨ ਚੜਿਆ। ਗੰਗੂ ਕਹਿੰਦਾ, ਮਾਤਾ ਜੀ ਹੁਣ ਇਥੋਂ ਮੇਰਾ ਪਿੰਡ ਨਜ਼ਦੀਕ ਹੀ ਹੈ, ਅਸੀਂ ਆਪਣੇ ਪਿੰਡ ਦੇ ਵਿੱਚ ਅੱਜ ਚਲੇ ਜਾਂਦੇ ਹਾਂ। ਮਾਤਾ ਗੁਜਰ ਕੌਰ, ਉਹਨਾਂ ਦੇ ਨਾਲ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੋਵੇਂ ਗੰਗੂ ਦੇ ਪਿੰਡ ਸਹੇੜੀ ਦੇ ਵਿੱਚ ਚਲੇ ਜਾਂਦੇ ਨੇ।
ਹੁਣ ਮਾਤਾ ਗੁਜਰ ਕੌਰ ਜੀ 7 ਪੋਹ ਦੀ ਰਾਤ ਗੁੰਮੇ ਮਾਛੀ ਦੀ ਛੰਨ ਵਿੱਚ ਠਹਿਰੇ। 8 ਪੋਹ ਦੀ ਰਾਤ ਇੱਕ ਦਰਖਤਾਂ ਦੀ ਝਿੜੀ ਦੇ ਵਿੱਚ, ਜਿੱਥੇ ਅੱਜ ਗੁਰਦੁਆਰਾ ਐਮਾ ਸਾਹਿਬ ਬਣਿਆ ਹੋਇਆ, ਉਸ ਥਾਂ ਤੇ ਠਹਿਰੇ। 9 ਪੋਹ ਦੀ ਰਾਤ ਮਾਤਾ ਗੁਜਰ ਕੌਰ ਗੰਗੂ ਦੇ ਘਰ ਵਿੱਚ ਠਹਿਰੇ। ਇਹ 3 ਰਾਤਾਂ ਸਨ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀਆਂ ਵੱਖ-ਵੱਖ ਸਥਾਨਾਂ ਤੇ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਦਾ ਸਫ਼ਰ ਤੈਅ ਕਰਦੇ ਨੇ। ਇੱਧਰ ਗੁਰੂ ਕੇ ਲਾਲ ਵੀ ਗੰਗੂ ਦੇ ਨਾਲ ਨਾਲ ਆਪਣਾ ਸਫ਼ਰ ਤੈਅ ਕਰੀ ਜਾ ਰਹੇ ਨੇ। ਜਦੋਂ ਮਾਤਾ ਜੀ ਗੰਗੂ ਦੇ ਘਰ ਵਿੱਚ ਠਹਿਰੇ, ਗੰਗੂ ਦੇ ਮਨ ਵਿੱਚ ਬੇਈਮਾਨੀ ਸੀ, ਨੀਅਤ ਅੰਦਰੋਂ ਚੰਗੀ ਨਹੀਂ ਸੀ, ਨੀਅਤ ਅੰਦਰੋਂ ਸਾਫ਼ ਨਹੀਂ ਸੀ। ਫਿਰ ਮਨ ਵਿੱਚ ਵਿਉਂਤਾਂ ਗੁੰਦਣ ਲੱਗ ਪਿਆ, ਕਦੋਂ ਮਾਤਾ ਜੀ ਸੌਣ ਤੇ ਕਦੋਂ ਮੈਂ ਇਹਨਾਂ ਦੀਆਂ ਮੋਹਰਾਂ ਨੂੰ ਚੋਰੀ ਕਰਾਂ, ਕਦੋਂ ਵੇਲਾ ਆਏਗਾ, ਕਦੋਂ ਘੜੀ ਆਏਗੀ। ਜਿਹੜੀ ਮੈਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਦਾ ਕਿਤਾਬ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਦੁੰਨਾ ਸਿੰਘ ਹੰਡੂਰੀਏ ਦੀ ਲਿਖਤ ਹੈ, ਬੜੀ ਪੁਰਾਣੀ ਲਿਖਤ ਹੈ, ਸਮਕਾਲੀ ਰਿਹਾ ਸੀ ਗੁਰੂ ਸਾਹਿਬ ਜੀ ਦਾ। ਉਹਨੇ ਗੰਗੂ ਦੇ ਘਰ ਦਾ ਜਦੋਂ ਨਕਸ਼ਾ ਖਿੱਚਿਆ ਤੇ ਉਹਦੇ ਵਿੱਚ ਉਹਨੇ ਬੋਲ ਲਿਖੇ। ਕਹਿੰਦਾ ਜਦੋਂ ਰਾਤ ਪਈ ਨਾ ਤੇ ਗੰਗੂ ਸਾਹਿਬਜ਼ਾਦਿਆਂ ਦੇ ਵਾਸਤੇ ਪ੍ਰਸ਼ਾਦਾ ਲੈ ਕੇ ਆਇਆ ਤੇ ਉਹਦੇ ਬੋਲ ਸਨ, ਕਹਿੰਦਾ ਸੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੂਕਰ ਖਾਇਓ। ਕਾਗ ਕੂਕਰ ਦਾ ਮਤਲਬ ਹੁੰਦਾ ਹੈ ਕਾਂ ਕੁੱਤੇ। ਕਹਿੰਦਾ ਗੰਗੂ ਜਦੋਂ ਸ਼ਾਮਾਂ ਦਾ ਵੇਲਾ ਹੋਇਆ, ਇਦਾਂ ਦੀ ਰੋਟੀ ਲੈ ਕੇ ਮਾਤਾ ਗੁਜਰ ਕੌਰ ਜੀ ਦੇ ਸਾਹਮਣੇ ਆਇਆ, ਜਿਹੜੀ ਰੋਟੀ ਗੁਰੂ ਘਰ ਦੇ ਕਾਂ ਤੇ ਕੁੱਤੇ ਵੀ ਨਹੀਂ ਸਨ ਖਾਂਦੇ। ਇੰਨੀ ਮਾੜੀ ਹਾਲਤ ਸੀ ਰੋਟੀ ਦੀ। ਕੁਝ ਪਤਾਸੇ ਸਨ, ਲੰਮੇ ਸਮੇਂ ਤੋਂ ਪਈਆਂ ਰੋਟੀਆਂ ਸਨ ਤੇ ਗੰਗੂ ਆਪਣੀ ਮਾਂ ਨੂੰ ਕਹਿਣ ਲੱਗਾ ਵੀ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦੇ ਦੇ ਵਿੱਚ ਜ਼ਹਿਰ ਦੇ ਕੇ ਇਹਨਾਂ ਨੂੰ ਮਾਰ ਦਿੱਤਾ ਜਾਏ। ਪਰ ਮਾਂ ਨੇ ਆਖਿਆ ਗੰਗੂ ਇਹੋ ਜਿਹਾ ਪਾਪ ਨਾ ਕਮਾਈ, ਤੇਰੇ ਮੱਥੇ ਤੋਂ ਕਦੀ ਇਹ ਕਲੰਕ ਲੱਥੇਗਾ ਨਹੀਂ, ਪਾਪ ਨਾ ਕਮਾਈ ਇਹੋ ਜਿਹਾ। ਗੰਗੂ ਉਸ ਰਾਤ ਪਾਪ ਕਰਨੋਂ ਟਲ ਗਿਆ, ਪਰ ਮਨ ਵਿੱਚ ਲਾਲਚ ਲਗਾਤਾਰ ਉਛਾਲੇ ਮਾਰ ਰਿਹਾ ਸੀ। ਲੋਭ ਦਾ ਕੁੱਤਾ ਲਗਾਤਾਰ ਅੰਦਰ ਭੌਂਕ ਰਿਹਾ ਸੀ। ਮਨ ਦਾ ਲੋਭ ਸ਼ਾਂਤ ਨਾ ਕਰ ਸਕਿਆ। ਰਾਤ ਪਈ, ਸਾਹਿਬਜ਼ਾਦਿਆਂ ਦੇ ਅੱਗੇ ਗੰਗੂ ਨੇ ਰੋਟੀ ਪਰੋਸੀ। ਉਹ ਰੋਟੀ ਪਰੋਸੀ ਜਿਹਨੂੰ ਗੁਰੂ ਘਰ ਦੇ ਕਾਂ ਤੇ ਕੁੱਤੇ ਵੀ ਨਹੀਂ ਸਨ ਖਾਂਦੇ। ਇੰਨੀ ਬੁਰੀ ਹਾਲਤ ਸੀ ਰੋਟੀ ਦੀ। ਮਾਤਾ ਗੁਜਰ ਕੌਰ ਨੇ ਭਾਣਾ ਮੰਨਿਆ। ਦੋ ਉਹਨਾਂ ਦੇ ਨਾਲ 7 ਤੇ 9 ਸਾਲ ਦੀਆਂ ਉਮਰਾਂ ਦੇ 16 ਫਰਜ਼ੰਦ ਸਨ। ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਤੇ ਰਾਤ ਨੂੰ ਸੌਂ ਗਏ। ਗੰਗੂ ਨੇ ਰਾਤ ਨੂੰ ਮਾਤਾ ਜੀ ਦੇ ਸਰਾਣੇ ਤੋਂ ਮੋਹਰਾਂ ਦੀ ਗੁਥਲੀ ਚੁੱਕੀ। ਦੂਰ ਇੱਕ ਉਹਨਾਂ ਦੇ ਪਿੰਡ ਦੇ ਥਾਣੀ ਨਦੀ ਵਗਦੀ ਸੀ, ਉਹਦੇ ਵਿੱਚ ਜਾ ਕੇ ਦੱਬ ਆਇਆ, ਕਿਉਂਕਿ ਨਦੀ ਸੁੱਕੀ ਸੀ। ਉਹਦੇ ਵਿੱਚ ਜਾ ਕੇ ਤੇ ਰਾਤ ਦੇ ਸਮੇਂ ਖੁਰਜੀ ਦੱਬ ਆਇਆ। ਜਦੋਂ ਸਵੇਰ ਹੋਈ ਨਾ ਸਾਧ ਸੰਗਤ, 9 ਪੋਹ ਦੀ ਰਾਤ ਮਾਤਾ ਗੁਜਰ ਕੌਰ ਗੰਗੂ ਦੇ ਘਰ ਵਿੱਚ ਠਹਿਰੇ ਸਨ। ਜਦੋਂ ਸਵੇਰ ਹੋਈ, 10 ਪੋਹ ਦੀ ਸਵੇਰ ਚੜੀ। ਸਵੇਰ ਦੇ ਚੜ੍ਹਨ ਸਾਰ ਮਾਤਾ ਜੀ ਨੂੰ ਪਤਾ ਲੱਗ ਗਿਆ, ਕਿਉਂਕਿ ਰਾਤ ਨੂੰ ਮਾਤਾ ਜੀ ਜਾਗਦੇ ਸਨ ਪਰ ਗੰਗੂ ਨੂੰ ਕੁਝ ਕਿਹਾ ਨਹੀਂ। ਮਾਤਾ ਜੀ ਨੂੰ ਪਤਾ ਲੱਗ ਗਿਆ ਕਿ ਮੋਹਰਾਂ ਰਾਤ ਦੀਆਂ ਗੰਗੂ ਨੇ ਚੁੱਕੀਆਂ ਨੇ। ਗੰਗੂ ਜਦੋਂ ਸਵੇਰ ਵੇਲੇ ਟਹਿਲ ਰਿਹਾ ਸੀ ਤੇ ਮਾਤਾ ਜੀ ਨੇ ਆਵਾਜ਼ ਮਾਰੀ, ਆਖਿਆ ਗੰਗਿਆ ਮੇਰੀ ਮੋਹਰਾਂ ਵਾਲੀ ਜਿਹੜੀ ਗੁਥਲੀ ਸੀ ਉਹ ਤੂੰ ਸੰਭਾਲ ਕੇ ਰੱਖ ਲਈ ਹੈ। ਬੜਾ ਸ਼ਰਮਿੰਦਾ ਹੋਇਆ ਅੰਦਰੋਂ, ਗੁੱਸੇ ਨਾਲ ਕਹਿਣ ਲੱਗਾ ਮਾਤਾ ਜੀ ਕਿਹੜੀ ਗੁਥਲੀ ਦੀ ਗੱਲ ਕਰ ਰਹੇ ਹੋ। ਇੱਕਦਮ ਬੋਲ ਬਦਲ ਗਏ, ਇੱਕਦਮ ਰੁੱਖੀ ਬੋਲੀ ਤੇ ਆ ਗਿਆ। ਪਹਿਲਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ। ਠੱਗ ਲੋਕ ਇਦਾਂ ਦੇ ਹੀ ਹੁੰਦੇ ਨੇ ਨਾ, ਜਿਨ੍ਹਾਂ ਨੇ ਕਿਸੇ ਨੂੰ ਲੁੱਟਣਾ ਹੋਵੇ ਇਦਾਂ ਦੇ ਹੁੰਦੇ ਨੇ। ਕਈ ਬੰਦੇ ਇਦਾਂ ਦੇ ਹੋਣਗੇ, ਜਦੋਂ ਤੁਹਾਡੇ ਕੋਲੋਂ ਪੈਸੇ ਲੈਣੇ ਹੋਣ ਉਦੋਂ ਬੋਲੀ ਹੋਰ ਹੁੰਦੀ ਹੈ, ਜਦੋਂ ਦੇਣੇ ਹੋਣ ਤੇ ਉਦੋਂ ਬੋਲੀ ਬਦਲ ਜਾਂਦੀ ਹੈ। ਬੜੇ ਬੰਦੇ ਤੁਹਾਨੂੰ ਦੁਨੀਆ ਤੇ ਇਹੋ ਜਿਹੇ ਮਿਲ ਜਾਣਗੇ। ਗੰਗੂ ਕਹਿਣ ਲੱਗਾ ਮਾਤਾ ਜੀ ਕਿਹੜੀ ਗੁਥਲੀ ਦੀ ਗੱਲ ਕਰ ਰਹੇ ਹੋ। ਕੋਈ ਗੁਥਲੀ ਨਹੀਂ ਮੇਰੇ ਕੋਲ। ਮਾਤਾ ਗੁਜਰ ਕੌਰ ਬੜੇ ਪਿਆਰ ਨਾਲ ਗੰਗੂ ਨੂੰ ਕਹਿੰਦੇ ਨੇ, ਗੰਗੂ ਰੌਲਾ ਨਾ ਪਾ, ਕੋਈ ਗੱਲ ਨਹੀਂ, ਜੇ ਤੂੰ ਲੈ ਲਈਏ, ਜੇ ਤੂੰ ਵੈਸੇ ਵੀ ਮੰਗ ਲੈਂਦਾ ਤੇ ਮੈਂ ਤੈਨੂੰ ਦੇ ਦੇਣੀ, ਕੋਈ ਗੱਲ ਨਹੀਂ, ਤੂੰ ਲੈ ਲਈਏ, ਸੰਭਾਲ ਕੇ ਰੱਖ ਲਈ, ਕੋਈ ਚੋਰ ਨਾ ਲੈ ਜਾਵੇ। ਮਾਤਾ ਜੀ ਨੇ ਬੜੇ ਪਿਆਰ ਨਾਲ ਗੰਗੂ ਨੂੰ ਕਿਹਾ ਸੰਭਾਲ ਕੇ ਰੱਖ ਲਵੀਂ, ਕੋਈ ਚੋਰ ਨਾ ਲੈ ਜਾਣ। ਗੰਗੂ ਫੇਰ ਬੜਾ ਸ਼ਰਮਿੰਦਾ ਹੋਇਆ, ਆਪਣੇ ਆਪ ਨੂੰ ਬੜਾ ਲੱਜਤ ਮਹਿਸੂਸ ਕੀਤਾ। ਗੰਗੂ ਨੇ ਬਾਹਰ ਨਿਕਲ ਕੇ ਗਲੀ ਦੇ ਵਿੱਚ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ। ਮਾਤਾ ਜੀ ਦੀ ਮੋਹਰਾਂ ਵਾਲੀ ਗੁਥਲੀ ਨੂੰ ਚੋਰ ਲੈ ਗਏ, ਚੋਰ ਲੈ ਗਏ। ਚੋਰ ਆਏ ਸਨ ਰਾਤ ਨੂੰ। ਮਾਤਾ ਜੀ ਨੇ ਫਿਰ ਗੰਗੂ ਨੂੰ ਆਵਾਜ਼ ਮਾਰ ਕੇ ਆਖਿਆ ਗੰਗੂ ਰੌਲਾ ਨਾ ਪਾ, ਕਿਉਂਕਿ ਮਾਤਾ ਜੀ ਨੂੰ ਪਤਾ ਸੀ ਜਿਹੜੀ ਮਾਇਆ ਇਹ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਜਿਹੜਾ ਅਸਲੀ ਖਜ਼ਾਨਾ ਉਹ ਤਾਂ ਮੇਰੇ ਕੋਲ ਹੀ ਹੈ ਨਾ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਜਿਹੜਾ ਅਸਲੀ ਖਜ਼ਾਨਾ ਉਹ ਸਾਡੇ ਕੋਲ ਹੈ। ਕੋਈ ਗੱਲ ਨਹੀਂ, ਮਾਇਆ ਦਾ ਕੀ ਹੈ। ਅੱਜ ਮਾਇਆ ਦੇ ਢੇਰ ਤੇ ਕੋਈ ਹੋਰ ਬੰਦਾ ਬੈਠਾ, ਕੱਲ ਨੂੰ ਕੋਈ ਹੋਰ ਬੈਠ ਜਾਏਗਾ। ਮਾਇਆ ਕਿਸੇ ਦੀ ਸਕੀ ਨਹੀਂ ਹੋਈ। ਮਾਇਆ ਨੇ ਅੱਜ ਤੱਕ
ਕਿਸੇ ਦਾ ਸਾਥ ਨਹੀਂ ਨਿਭਾਇਆ। ਮਹਾਰਾਜ ਨੇ ਮਾਇਆ ਦੀ ਗੱਲ ਨਹੀਂ ਸੀ ਕੀਤੀ ਬਾਣੀ ਅੰਦਰ। ਸਤਿਗੁਰੂ ਕਹਿੰਦੇ ਖਰਚ ਬੰਨ ਚੰਗਿਆਈਆਂ, ਚੰਗਿਆਈਆਂ ਨੂੰ ਆਪਣੇ ਪੱਲੇ ਬੰਨ ਜਿਹੜੀਆਂ ਤੇਰੇ ਨਾਲ ਜਾਣ। ਤੇ ਸੱਜਣ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਉਪਦੇਸ਼ ਦਿੱਤਾ ਸੀ? ਸੱਜਣਾ, ਜਿਹੜੀਆਂ ਬੇਈਮਾਨੀਆਂ ਕਰਦਾ, ਜਿਹੜੇ ਮਾਇਆ ਦੇ ਢੇਰ ਤੇ ਤੂੰ ਬੈਠਾ, ਤੇਰੇ ਨਾਲ ਜਾਊਗਾ ਇਹ। ਇੱਕੋ ਹੀ ਸ਼ਬਦ ਗਾਇਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਸੱਜਣ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਸੱਜਣ ਨੇ ਸਾਰੇ ਗਲਤ ਕੰਮ ਛੱਡ ਦਿੱਤੇ। ਸਤਿਗੁਰੂ ਨੇ ਆਖਿਆ ਸੀ, ਸੱਜਣਾ ਜ਼ਿੰਦਗੀ ਵਿੱਚ ਕੁਝ ਖੱਟਣਾ ਹੈ ਨਾ, ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਜਿਹੜੀਆਂ ਸੱਚਮੁੱਚ ਤੇਰੇ ਜੀਵਨ ਵਿੱਚ ਤੇਰਾ ਸਾਥ ਨਿਭਾਉਣ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜਿੱਥੇ ਲੇਖਾ ਮੰਗਿਆ ਜਾਏ ਉੱਥੇ ਤੇਰਾ ਧਰਮ ਤੇਰੇ ਨਾਲ ਖਲੋਤਾ ਹੋਵੇ। ਇਹੋ ਜਿਹਾ ਜੀਵਨ ਕਮਾ। ਗੰਗੂ ਪਾਪੀ ਸੀ, ਮਾਤਾ ਨੇ ਆਖਿਆ ਗੰਗੂ ਉਰੇ ਆ ਜਾ। ਕੋਈ ਗੱਲ ਨਹੀਂ, ਮੋਹਰਾਂ ਚੋਰ ਵੀ ਲੈ ਗਏ ਤੇ ਕੋਈ ਗੱਲ ਨਹੀਂ, ਮੇਰੀ ਅਸਲੀ ਜਾਇਦਾਦ, ਮੇਰਾ ਧਨ ਉਹ ਮੇਰੇ ਕੋਲ ਹੈਗਾ, ਰੌਲਾ ਨਾ ਪਾ। ਗੰਗੂ ਕਹਿਣ ਲੱਗਾ, ਨਹੀਂ ਮਾਤਾ ਜੀ, ਪਤਾ ਨਹੀਂ ਕਿਹੜੇ ਚੋਰ ਆਏ ਰਾਤ ਨੂੰ ਲੈ ਗਏ, ਤੁਸੀਂ ਐਵੇਂ ਮੇਰਾ ਨਾਂ ਲਾਓਗੇ, ਮੈਂ ਮੋਹਰਾਂ ਚੋਰੀ ਨਹੀਂ ਕੀਤੀ। ਜਦੋਂ ਇਸ ਤਰੀਕੇ ਦੀ ਸਾਰੀ ਖਬਰ ਪਿੰਡ ਦੇ ਵਿੱਚ ਫੈਲੀ, ਗੁਰੂ ਕੇ ਲਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਉਹਨਾਂ ਦੀ ਮਾਤਾ ਧੰਨ ਮਾਤਾ ਗੁਜਰ ਕੌਰ ਗੰਗੂ ਦੇ ਘਰ ਵਿੱਚ ਰਾਤ ਨੂੰ ਆਣ ਕੇ ਠਹਿਰੇ ਨੇ। ਬੜੀ ਅੱਗ ਵਾਂਗ ਇਹ ਖਬਰ ਫੈਲੀ, ਕਿਉਂਕਿ ਲੋਕ ਤਾਂ ਪਹਿਲਾਂ ਹੀ ਅੰਦਰੋਂ ਸਹਿਮੇ ਪਏ ਸਨ, ਲੋਕ ਤਾਂ ਪਹਿਲਾਂ ਹੀ ਅੰਦਰੋਂ ਡਰੇ ਪਏ ਸਨ। ਪਿੰਡ ਦੇ ਚੌਧਰੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਕੇ ਲਾਲ ਗੰਗੂ ਦੇ ਘਰ ਵਿੱਚ ਆਣ ਕੇ ਠਹਿਰੇ ਹੋਏ ਨੇ। ਗੰਗੂ ਉਹਨਾਂ ਦੇ ਨਾਲ ਰਲ ਕੇ ਰੋਪੜ ਦੇ ਸੂਬੇਦਾਰ ਦੇ ਕੋਲ ਗਿਆ, ਉਹ ਨਾ ਮਿਲਿਆ। ਉਸ ਤੋਂ ਬਾਅਦ ਮਰਿੰਡੇ ਦੀ ਕੋਤਵਾਲੀ ਵਿੱਚ ਜਾ ਕੇ ਪੇਸ਼ ਹੋਇਆ। ਦੋ ਭਰਾ ਸਨ ਮਰਿੰਡੇ ਦੀ ਕੋਤਵਾਲੀ ਦੇ, ਜਾਨੀ ਖਾਂ ਤੇ ਮਾਨੀ ਖਾਂ, ਦੋਨੋਂ ਰੰਗੜ ਸਨ ਤੇ ਮੁਸਲਮਾਨ ਸਨ। ਦੋਨਾਂ ਨੂੰ ਜਾ ਕੇ ਖਬਰ ਦਿੱਤੀ, ਆਖਿਆ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤੇ ਉਹਨਾਂ ਦੀ ਮਾਤਾ ਮੇਰੇ ਘਰ ਵਿੱਚ ਹੈ। ਇੱਕਦਮ ਖੁਸ਼ੀ ਦੇ ਵਿੱਚ ਝੂਮ ਉੱਠੇ, ਕੋਈ ਤਾਂ ਸਾਡੇ ਹੱਥ ਆਇਆ, ਕਿਸੇ ਦੇ ਉੱਪਰ ਤਾਂ ਅਸੀਂ ਕਾਬੂ ਪਾ ਸਕਾਂਗੇ, ਕੋਈ ਤਾਂ ਅੱਜ ਸਾਡੇ ਹੱਥ ਵਿੱਚ ਆਇਆ। ਦੋਨੇ ਆਪਣੀਆਂ ਫੌਜਾਂ ਨੂੰ ਲੈ ਕੇ ਸਹੇੜੀ ਪਿੰਡ ਦੇ ਵਿੱਚ ਗੰਗੂ ਦੇ ਘਰ ਵਿੱਚ ਆਣ ਕੇ ਉਹਨਾਂ ਨੇ ਟਿਕਾਣਾ ਕੀਤਾ। ਇਤਿਹਾਸ ਦੱਸਦਾ ਇੱਕ ਗੱਡਾ ਸੀ ਉਹਨਾਂ ਦੋਵਾਂ ਦੇ ਕੋਲ, ਉਸ ਗੱਡੇ ਦੇ ਉੱਪਰ ਉਹਨਾਂ ਨੇ ਇੱਕ ਸਵਾਰੀ ਤਿਆਰ ਕੀਤੀ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਬਿਠਾ ਕੇ ਤੇ ਲੈ ਕੇ ਜਾਣਾ ਸੀ। ਜਦੋਂ ਇਸ ਤਰੀਕੇ ਦਾ ਸਾਰਾ ਨਕਸ਼ਾ ਉਹਨਾਂ ਨੇ ਤਿਆਰ ਕੀਤਾ, ਗੰਗੂ ਦੇ ਘਰ ਵਿੱਚ ਪਹੁੰਚੇ, ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਤੇ ਮਾਤਾ ਜੀ ਜਾਣ ਲੱਗੇ ਗੰਗੂ ਨੂੰ, ਕਹਿਣ ਲੱਗੇ ਗੰਗੂ ਤੂੰ ਚੰਗੀ ਨਹੀਂ ਕੀਤੀ, ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਖਾ ਕੇ ਅੱਜ ਤੂੰ ਨਮਕ ਹਰਾਮੀ ਹੋ ਗਿਆ। ਕੋਈ ਗੱਲ ਨਹੀਂ, ਜੇ ਤੂੰ ਮੋਹਰਾਂ ਹੀ ਲੈਣੀਆਂ ਸਨ ਤਾਂ ਮੇਰੇ ਤੋਂ ਮੰਗ ਕੇ ਲੈ ਲੈਂਦਾ, ਪਰ ਤੂੰ ਅੱਜ ਚੰਗੀ ਨਹੀਂ ਕੀਤੀ। ਗੰਗੂ ਦੇ ਘਰ ਵਿੱਚੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ 9 ਪੋਹ ਦੀ ਸਵੇਰ ਨੂੰ ਉੱਥੋਂ ਫੜਿਆ ਜਾਂਦਾ ਹੈ। 10 ਪੋਹ ਦੀ ਜਿਹੜੀ ਰਾਤ ਮਾਤਾ ਗੁਜਰ ਕੌਰ, ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਮਰਿੰਡੇ ਦੀ ਉਸ ਕੋਤਵਾਲੀ ਦੇ ਵਿੱਚ ਰਾਤ ਨੂੰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਪਾਇਆ ਜਾਂਦਾ ਹੈ। ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਹੈ। ਹੁਣ ਤੁਸੀਂ ਵੇਖੋ ਰਾਤਾਂ ਸਾਧ ਸੰਗਤ ਕਿੱਦਾਂ ਦੀਆਂ ਸਨ। 7 ਪੋਹ ਦੀ ਰਾਤ ਕੁੰਮੇ ਮਾਸ਼ੀ ਦੇ ਘਰ ਵਿੱਚ, 8 ਪੋਹ ਦੀ ਰਾਤ ਇੱਕ ਜੰਗਲ ਵਿੱਚ, 9 ਪੋਹ ਦੀ ਰਾਤ ਗੰਗੂ ਦੇ ਘਰ ਵਿੱਚ, 10 ਪੋਹ ਦੀ ਰਾਤ ਮਰਿੰਡੇ ਦੀ ਕੋਤਵਾਲੀ ਵਿੱਚ। 4 ਰਾਤਾਂ ਤੇ ਚਾਰੇ ਰਾਤਾਂ ਦਾ ਸਥਾਨ ਵੱਖੋ ਵੱਖਰਾ, ਵੱਖੋ ਵੱਖਰੀ ਥਾਂ ਤੇ ਗੁਰੂ ਕੇ ਸਾਹਿਬਜ਼ਾਦੇ ਜਿਹੜੇ ਨੇ ਪਹੁੰਚਦੇ ਨੇ। ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਮਰਿੰਡੇ ਦੀ ਕੋਤਵਾਲੀ ਦੇ ਵਿੱਚ। ਅੱਜ ਜਦੋਂ ਤੁਸੀਂ ਉੱਥੇ ਦਰਸ਼ਨ ਕਰਨ ਵਾਸਤੇ ਜਾਓਗੇ ਤੇ ਅੱਜ ਵੀ ਉਹ ਕੋਤਵਾਲੀ ਉਸੇ ਤਰੀਕੇ ਦੇ ਨਾਲ ਸੰਭਾਲ ਕੇ ਜਿਹੜੀ ਰੱਖੀ ਹੋਈ ਹੈ। ਇੱਕ ਗੱਲ ਨੂੰ ਇੱਥੇ ਮੈਂ ਥੋੜਾ ਜਿਹਾ ਹੋਰ ਵਿਸਥਾਰ ਦੇ ਨਾਲ ਸਾਂਝਾ ਕਰਾਂ। ਜਦੋਂ ਵੀ ਤੁਹਾਡੀ ਸੋਚ ਆਜ਼ਾਦ ਹੋਏਗੀ ਨਾ, ਧਿਆਨ ਨਾਲ ਸੁਣਿਓ, ਜਦੋਂ ਵੀ ਤੁਹਾਡੀ ਸੋਚ ਆਜ਼ਾਦ ਹੋਏਗੀ, ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਾ ਕੇ ਤੁਹਾਡੀ ਸੋਚ ਨੂੰ ਗੁਲਾਮ ਕਰਨ ਦਾ ਜ਼ਾਲਮਾਂ ਦੇ ਵੱਲੋਂ ਹਮੇਸ਼ਾ ਹੀ ਯਤਨ ਕੀਤਾ ਜਾਵੇਗਾ। ਜਦੋਂ ਵੀ ਤੁਹਾਡੀ ਸੋਚ ਆਜ਼ਾਦ ਹੋਏਗੀ, ਜੇਲ੍ਹ ਦੀਆਂ ਉਸ ਲੋਹੇ ਦੀਆਂ ਸੀਖਾਂ ਤੁਹਾਨੂੰ ਡਰ ਦੇਣਗੀਆਂ, ਆਪਣੀ ਆਜ਼ਾਦ ਸੋਚ ਨੂੰ ਤੁਸੀਂ ਤਿਆਗ ਦਿਓ। ਪਰ ਉਹ ਸੀਖਾਂ ਇਸ ਗੱਲ ਨੂੰ ਨਹੀਂ ਜਾਣਦੀਆਂ। ਜਿਨ੍ਹਾਂ ਦੀਆਂ ਸੋਚਾਂ ਆਜ਼ਾਦ ਹੋਣ
ਲੋਹੇ ਦੀਆਂ ਸੀਖਾਂ ਉਹਨਾਂ ਦੀ ਸੋਚ ਨਹੀਂ ਕਦੀ ਗੁਲਾਮ ਕਰ ਸਕਦੀਆਂ। ਜਿਨ੍ਹਾਂ ਦੀਆਂ ਸੋਚਾਂ ਵੱਡੀਆਂ ਹੋਣ ਨਾ, ਲੋਹੇ ਦੀਆਂ ਸੀਖਾਂ ਉਹਨਾਂ ਦੀ ਸੋਚ ਨੂੰ ਕਦੀ ਗੁਲਾਮ ਨਹੀਂ ਕਰ ਸਕਦੀਆਂ। ਅੱਜ ਵੀ ਮਰਿੰਡੇ ਦੀਆਂ ਉਹ ਸੀਖਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ, ਤੇ ਅੱਜ ਵੀ ਗੁਰੂ ਕੇ ਸਿੱਖਾਂ ਨਾਲ ਇਸ ਤਰ੍ਹਾਂ ਹੀ ਹੋ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਵੀ ਤਾਂ ਸਾਡੇ ਸਿੱਖਾਂ ਦੇ ਵੱਲੋਂ ਯਤਨ ਕੀਤੇ ਹੀ ਜਾ ਰਹੇ ਨੇ। 20-20, 25-25 ਸਾਲ ਸਾਡੇ ਸਿੱਖਾਂ ਨੂੰ ਜੇਲ੍ਹ ਦੇ ਵਿੱਚ ਤਾੜਿਆਂ ਨੂੰ ਹੋ ਗਏ, ਅੱਜ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਨ ਵਾਸਤੇ ਸਰਕਾਰਾਂ ਤਿਆਰ ਨਹੀਂ। ਇਸ ਆਜ਼ਾਦ ਸੋਚ ਦੇ ਨਤੀਜੇ ਨੇ ਨਾ। ਕੋਤਵਾਲੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ। ਕੋਤਵਾਲੀ ਉਹ ਜਗ੍ਹਾ ਹੁੰਦੀ ਹੈ ਜਿੱਥੇ ਤੁਹਾਨੂੰ ਡਰ ਦਿੱਤਾ ਜਾਂਦਾ, ਜਿਵੇਂ ਅੱਜ ਕੋਰਟ ਦੇ ਵਿੱਚ ਨਹੀਂ ਬੰਦੇ ਨੂੰ ਪੇਸ਼ ਕੀਤਾ ਜਾਂਦਾ। ਕੋਰਟ ਦੇ ਵਿੱਚ ਬੰਦੇ ਤੇ ਤਸ਼ੱਦਦ ਨਹੀਂ ਹੁੰਦਾ, ਪਰ ਕੋਰਟ ਦੇ ਵਿੱਚ ਬੰਦੇ ਨੂੰ ਤਸ਼ੱਦਦ ਕਰਨ ਵਾਸਤੇ ਹੁਕਮ ਦਿੱਤਾ ਜਾਂਦਾ। ਉਹ ਸਥਾਨ ਸੀ ਕੋਤਵਾਲੀ ਦਾ। ਉਦੋਂ ਵੀ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਦੇ ਵਿੱਚੋਂ ਇਨਸਾਫ ਨਹੀਂ ਮਿਲਿਆ। ਅੱਜ ਵੀ ਸਿੱਖਾਂ ਨੂੰ ਕੋਟਾਂ ਕਚਹਿਰੀਆਂ ਦੇ ਵਿੱਚੋਂ ਇਨਸਾਫ ਨਹੀਂ ਮਿਲਦਾ। ਜੂਨ 1984 ਤੋਂ ਬਾਅਦ ਕਿੰਨੇ ਕੋਰਟ ਕਚਹਿਰੀਆਂ ਦੇ ਵਿੱਚ ਸਾਡੇ ਪਰਿਵਾਰ ਰੁਲ ਗਏ, ਕਿੰਨਿਆਂ ਨੂੰ ਇਨਸਾਫ ਮਿਲਿਆ, ਕਿੰਨੇ ਕਮਿਸ਼ਨ ਬਿਠਾਏ ਗਏ, ਕਦੀ ਨਾਨਾਵਤੀ ਕਮਿਸ਼ਨ, ਕਦੀ ਕੋਈ ਕਮਿਸ਼ਨ। ਅੱਜ ਤੱਕ ਮਾਵਾਂ ਕੋਰਟ ਕਚਹਿਰੀਆਂ ਦੇ ਉਹਨਾਂ ਦਰਵਾਜ਼ਿਆਂ ਦੇ ਰਾਹੀਂ ਅੰਦਰ ਧੱਕੇ ਖਾ ਰਹੀਆਂ ਨੇ, ਸਾਨੂੰ ਇਨਸਾਫ ਦੇ ਦਿਓ, ਸਾਡੀ ਧੀ ਨਹੀਂ ਲੱਭੀ, ਸਾਡਾ ਪੁੱਤ ਨਹੀਂ ਲੱਭਿਆ, ਸਾਡੇ ਧੀ ਪੁੱਤ ਨੂੰ ਗਲ ਦੇ ਵਿੱਚ ਟਾਇਰ ਪਾ ਕੇ ਮਾਰ ਦਿੱਤਾ ਗਿਆ। ਪਰ ਅੱਜ ਵੀ ਕੋਰਟ ਕਚਹਿਰੀਆਂ ਇਨਸਾਫ ਬੰਦੇ ਦਾ ਧਰਮ ਵੇਖ ਕੇ ਕਰਦੀਆਂ ਨੇ, ਬੰਦਾ ਵੇਖ ਕੇ ਨਹੀਂ ਕਰਦੀਆਂ। ਅੱਜ ਵੀ ਸਿੱਖਾਂ ਦੇ ਨਾਲ ਇਸੇ ਤਰੀਕੇ ਨਾਲ ਹੋ ਰਿਹਾ। ਅੱਜ ਵੀ ਬੜੇ ਐਸੇ ਸੂਰਮੇ ਨੇ ਜਿਨ੍ਹਾਂ ਨੂੰ ਉਹ ਸਿੱਖਾਂ ਜਿਹੜੀਆਂ ਨੇ ਉਹ ਵਿਖਾ ਕੇ ਡਰਾਇਆ ਜਾ ਰਿਹਾ। ਛੱਡ ਦਿਓ ਆਪਣੀ ਆਜ਼ਾਦ ਸੋਚ ਨੂੰ, ਗੁਲਾਮੀ ਨੂੰ ਤੁਸੀਂ ਪ੍ਰਵਾਨ ਕਰ ਲਓ, ਗੁਲਾਮੀ ਨੂੰ ਆਪਣੀ ਜੇਨ ਦੇ ਵਿੱਚ ਪਾ ਲਓ। ਪਰ ਗੁਰੂ ਕੇ ਸਿੱਖ ਉਸ ਗੁਲਾਮੀ ਨੂੰ ਸਵੀਕਾਰ ਕਰਨ ਵਾਸਤੇ ਅੱਜ ਵੀ ਤਿਆਰ ਨਹੀਂ। ਅੱਜ ਵੀ ਸਾਹਿਬਜ਼ਾਦਿਆਂ ਦੇ ਲਾਲ ਉਹਨਾਂ ਨਕਸ਼ੇ ਕਦਮਾਂ ਤੇ ਲਗਾਤਾਰ ਚੱਲ ਰਹੇ ਨੇ, ਤੇ ਚੱਲਣ ਦੀ ਵੀ ਲੋੜ ਹੈ। ਮੈਂ ਇਸ ਕਰਕੇ ਨਾਲ ਦੀ ਨਾਲ ਮੌਜੂਦਾ ਸਮੇਂ ਦਾ ਬਿਰਤਾਂਤ ਤੁਹਾਡੇ ਨਾਲ ਸਾਂਝਾ ਕਰ ਰਿਹਾ, ਤਾਂ ਕਿ ਅਸੀਂ ਸੁਚੇਤ ਹੋ ਸਕੀਏ, ਅਸੀਂ ਸੋਚ ਸਕੀਏ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸਾਹਿਬਜ਼ਾਦਿਆਂ ਨੂੰ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਕੈਦ ਕਰ ਦਿੱਤਾ ਗਿਆ, ਸੀਖਾਂ ਵਿਖਾ ਕੇ ਡਰਾਇਆ ਗਿਆ, ਜੇ ਸੋਚ ਆਜ਼ਾਦ ਰੱਖੋਗੇ ਤੁਹਾਨੂੰ ਗੁਲਾਮ ਕਰ ਦਿੱਤਾ ਜਾਏਗਾ। ਪਰ ਗੁਲਾਮ ਸਰੀਰ ਆਜ਼ਾਦ ਸੋਚ ਰੱਖਦੇ ਨੇ। ਸਾਹਿਬਜ਼ਾਦਿਆਂ ਨੇ ਇਸ ਗੱਲ ਦੀ ਗਵਾਹੀ ਭਰ ਕੇ ਉਸ ਮਰਿੰਡੇ ਦੀ ਕੋਤਵਾਲੀ ਵਿੱਚ ਦੱਸ ਦਿੱਤੀ। ਤੁਸੀਂ ਸਰੀਰ ਗੁਲਾਮ ਕਰ ਸਕਦੇ ਹੋ, ਸੋਚ ਨਹੀਂ ਗੁਲਾਮ ਕਰ ਸਕਦੇ। ਪਰ ਅੱਜ ਦਾ ਹਾਕਮ ਤੁਹਾਡੀ ਸੋਚ ਨੂੰ ਗੁਲਾਮ ਕਰਕੇ ਬੈਠਾ ਹੈ। ਉਹਨੂੰ ਪਤਾ ਜੇ ਇਹਨਾਂ ਦੀ ਸੋਚ ਗੁਲਾਮ ਹੋ ਗਈ ਤੇ ਸਰੀਰ ਗੁਲਾਮ ਕਰਨ ਦੀ ਕੀ ਲੋੜ ਹੈ। ਨਸ਼ੇ ਤੇ ਲਾ ਕੇ ਸਾਡੀ ਸੋਚ ਹੀ ਤਾਂ ਗੁਲਾਮ ਕੀਤੀ ਹੈ ਨਾ ਅਗਲਿਆਂ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਬੜਾ ਪਿਆਰਾ ਵਾਕ ਹੈ। ਸਤਿਗੁਰੂ ਕਹਿੰਦੇ ਜਿਹੜਾ ਲਾਲਚ ਹੈ ਨਾ, ਲਾਲਚ ਬੰਦੇ ਨੂੰ ਅੰਦਰੋਂ ਗੁਲਾਮ ਕਰ ਦਿੰਦਾ ਹੈ। ਬਾਂਦਰ ਨੂੰ ਫੜਨਾ ਸੌਖਾ ਨਹੀਂ ਸੀ, ਬੜਾ ਤੇਜ਼ ਜਾਨਵਰ ਹੈ, ਫੜਨਾ ਸੌਖਾ ਨਹੀਂ ਹੈ ਬਾਂਦਰ ਨੂੰ। ਪਰ ਸ਼ਿਕਾਰੀ ਨੇ ਫੜਨ ਵਾਸਤੇ ਇੱਕ ਵਿਉਂਤ ਬਣਾਈ। ਉਹਨੇ ਕੀ ਕੀਤਾ, ਜ਼ਮੀਨ ਦੇ ਵਿੱਚ ਇੱਕ ਕੁੱਜਾ ਲਿਆ ਤੇ ਉਹਨੂੰ ਜ਼ਮੀਨ ਦੇ ਵਿੱਚ ਨੱਪ ਦਿੱਤਾ, ਉਹਦੇ ਵਿੱਚ ਕੁਝ ਛੋਲੇ ਪਾ ਦਿੱਤੇ। ਬਾਂਦਰ ਦਰਖਤ ਤੇ ਚੜਿਆ ਵੇਖ ਰਿਹਾ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ, ਮਰਕਟ ਮੁਸ਼ਟੀ ਨਾਜ਼ਕੀ। ਮੈਂ ਉਹਦੇ ਵਿੱਚੋਂ ਉਦਾਹਰਨ ਤੁਹਾਡੇ ਨਾਲ ਸਾਂਝੀ ਕਰ ਰਿਹਾ। ਵੇਖਿਓ ਸੋਚ ਨੂੰ ਕਿਦਾਂ ਗੁਲਾਮ ਕੀਤਾ ਜਾਂਦਾ ਹੈ। ਸ਼ਿਕਾਰੀ ਨੇ ਇੱਕ ਕੁੱਜਾ ਲਿਆ, ਉਹਦੇ 'ਚ ਕੁਝ ਛੋਲੇ ਪਾ ਦਿੱਤੇ ਤੇ ਉਹਨੂੰ ਜ਼ਮੀਨ ਦੇ ਵਿੱਚ ਦਬ ਦਿੱਤਾ। ਉਹਦਾ ਮੂੰਹ ਉੱਪਰੋਂ ਬੜਾ ਭੀੜਾ ਸੀ, ਬਰਤਨ ਦਾ ਜਿਹੜਾ ਮੂੰਹ ਸੀ ਨਾ ਉੱਪਰੋਂ ਬੜਾ ਭੀੜਾ ਸੀ। ਬਾਂਦਰ ਦਰਖਤ ਤੋਂ ਥੱਲੇ ਉਤਰਿਆ, ਉਹਨੇ ਕੁੱਜੇ ਦੇ ਵਿੱਚ ਹੱਥ ਪਾਇਆ। ਜਦੋਂ ਹੱਥ ਪਾਇਆ ਤੇ ਹੱਥ ਇਸ ਤਰੀਕੇ ਨਾਲ ਕੁੱਜੇ ਦੇ ਵਿੱਚ ਪੈ ਗਿਆ। ਜਦੋਂ ਉਹਨੇ ਮੁੱਠ ਛੋਲਿਆਂ ਦੀ ਭਰੀ, ਹੱਥ ਫੁੱਲ ਗਿਆ। ਕੁੱਜੇ ਦਾ ਜਿਹੜਾ ਮੂੰਹ ਸੀ ਉਹ ਬੜਾ ਭੀੜਾ ਸੀ, ਹੁਣ ਹੱਥ ਬਾਹਰ ਨਹੀਂ ਆ ਰਿਹਾ। ਸ਼ਿਕਾਰੀ ਆਇਆ, ਉਹਨੇ ਉਹਦੇ ਤੇ ਆਪਣਾ ਜਾਲ ਪਾ ਲਿਆ। ਜੇ ਸਿਆਣਾ ਹੁੰਦਾ ਤੇ ਕੀ ਕਰਦਾ ਵੀ ਕੋਈ ਗੱਲ ਨਹੀਂ, ਛੋਲੇ ਜਾਣ ਦੇ, ਮੈਂ ਆਪਣੀ ਜਾਨ ਤੇ ਬਚਾਵਾਂ ਨਾ। ਪਰ ਲਾਲਚ ਨੇ ਉਹਦਾ ਹੱਥ ਖੁੱਲਣ ਨਹੀਂ ਦਿੱਤਾ। ਲਾਲਚ ਨੇ ਉਹਦੇ ਹੱਥ ਨੂੰ ਅੰਦਰੋਂ ਗੁਲਾਮ ਕਰ ਛੱਡਿਆ। ਅੱਜ ਉਹ ਬਾਂਦਰ ਸ਼ਿਕਾਰੀ ਨੇ ਉਹਦੇ ਗਲ ਵਿੱਚ ਪਟਾ ਪਾਇਆ। ਲੋਕ ਦੁਆਲੇ ਦੁਆਲੇ ਇਕੱਠੇ ਹੁੰਦੇ ਨੇ ਤੇ ਬਾਂਦਰ ਉਹਨਾਂ ਸਾਰੇ ਲੋਕਾਂ ਦੇ ਵਿੱਚ ਜਾ ਕੇ ਨੱਚਦਾ ਤੇ ਸ਼ਿਕਾਰੀ ਬਾਂਦਰ ਦੇ ਉਸ ਨਾਚ ਤੇ ਲੋਕਾਂ ਦੇ ਕੋਲੋਂ 10-10 ਰੁਪਏ ਇਕੱਠੇ ਕਰਦਾ। ਹੁਣ ਇਹ ਸਤਿਗੁਰੂ ਨੇ ਬਾਂਦਰ ਨੂੰ ਨਹੀਂ ਸੀ ਸਮਝਾਇਆ, ਬੰਦੇ ਨੂੰ ਸਮਝਾਇਆ ਸੀ। ਅੱਜ ਵੀ ਕਈ ਇਦਾਂ ਦੇ ਹੈਗੇ ਨੇ ਜਿਹੜੇ ਅੰਦਰੋਂ ਲਾਲਚੀ ਨੇ। ਕਿਸੇ ਪਾਰਟੀ ਦਾ ਗਲ ਦੇ ਵਿੱਚ ਪਟਾ ਪਾ ਕੇ ਦਰ-ਦਰ ਤੇ ਜਾ ਕੇ ਫਿਰ ਉਹਨਾਂ ਨੂੰ ਨਚਾਇਆ ਜਾਂਦਾ, ਫਿਰ ਉਹਨਾਂ ਦੇ ਨਾਂ ਦੇ ਵੋਟਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ। ਅੱਜ ਵੀ ਇਸ ਤਰ੍ਹਾਂ ਹੀ ਹੋ ਰਿਹਾ ਸੰਸਾਰ ਦੇ ਵਿੱਚ।
ਲਾਲਚੀ ਬੰਦਾ 500 ਰੁਪਏ ਬਦਲੇ ਉਹਨੂੰ ਦਰ-ਦਰ ਤੇ ਨੱਚਣ ਦੇ ਵਾਸਤੇ ਮਜਬੂਰ ਕੀਤਾ ਜਾ ਰਿਹਾ। ਆਓ ਜੇ ਅਸੀਂ ਸਾਹਿਬਜ਼ਾਦਿਆਂ ਦੇ ਇਹ ਦਿਨ ਮਨਾ ਰਹੇ ਹਾਂ, ਨਸ਼ੇ ਵਰਗੀ ਗੁਲਾਮੀ ਨੂੰ ਆਪਣੇ ਘਰਾਂ ਦੇ ਵਿੱਚੋਂ ਹੂੰਜ ਕੇ ਬਾਹਰ ਸੁੱਟ ਦਈਏ, ਪਤਤ ਪੁਣੇ ਦੀ ਇਸ ਹਨੇਰੀ ਨੂੰ ਠੱਲੀਏ। ਜੇ ਮਾੜੀ ਮੋਟੀ ਜੀਵਨ ਦੇ ਵਿੱਚ ਕਮੀ ਹੈ ਤੇ ਉਹਨੂੰ ਬਾਹਰ ਕੱਢ ਦਈਏ, ਕੋਈ ਗੱਲ ਨਹੀਂ, ਪਹਿਲਾਂ ਜੋ ਹੋ ਗਿਆ ਹੋ ਗਿਆ, ਅੱਜ ਤੋਂ ਬਾਅਦ ਮੈਂ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ। ਭੈਣਾਂ ਨੂੰ ਵੀ ਬੇਨਤੀ ਹੈ, ਇਸ ਗੱਲ ਦਾ ਵਾਅਦਾ ਕਰੀਏ, ਅੱਜ ਤੋਂ ਬਾਅਦ ਮੈਂ ਆਪਣੇ ਸਰੀਰ ਦੇ ਇਹਨਾਂ ਰੋਮਾਂ ਦੇ ਨਾਲ ਛੇੜਛਾੜ ਨਹੀਂ ਕਰਾਂਗੀ। ਵਾਅਦਾ ਕਰੀਏ। ਤੁਹਾਨੂੰ ਮਰਿੰਡੇ ਸ਼ਹਿਰ ਦੀਆਂ ਜੇਲ੍ਹ ਦੀਆਂ ਉਹਨਾਂ ਸਿੱਖਾਂ ਦਾ ਵਾਸਤਾ, ਜੇ ਤੁਸੀਂ ਸਾਹਿਬਜ਼ਾਦਿਆਂ ਦੇ ਉਹਨਾਂ ਬਚਨਾਂ ਤੇ ਖਰੇ ਨਾ ਉਤਰ ਸਕੇ, ਉਹਨਾਂ ਸਿੱਖਾਂ ਦਾ ਵਾਸਤਾ ਕਦੀ ਸੋਚ ਕੇ ਵੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸਾਹਿਬਜ਼ਾਦੇ ਉਹਨਾਂ ਸਿੱਖਾਂ ਦੇ ਵਿੱਚ ਗੁਲਾਮ ਪਏ ਹੋਏ ਵੀ ਆਜ਼ਾਦ ਸੋਚ ਰੱਖਦੇ ਨੇ, ਅਸੀਂ ਆਜ਼ਾਦ ਵਿਚਰਦੇ ਹੋਏ ਵੀ ਗੁਲਾਮੀ ਦੇ ਵਿੱਚ ਪਏ ਹੋਏ ਆ। ਕੋਈ ਨਸ਼ੇ ਦੀ ਗੁਲਾਮੀ ਵਿੱਚ ਪਿਆ ਹੈ, ਕੋਈ ਅਖੌਤੀ ਸੱਭਿਆਚਾਰ ਦੀ ਗੁਲਾਮੀ ਵਿੱਚ ਪਿਆ ਹੋਇਆ ਤੇ ਕੋਈ ਲਾਲਚ, ਕਾਮ, ਕ੍ਰੋਧ, ਲੋਭ, ਮੋਹ ਦਾ ਮਾਰਿਆ ਦਰ-ਦਰ ਤੇ ਜਾ ਕੇ ਨੱਚਣ ਵਾਸਤੇ ਮਜਬੂਰ ਹੋਇਆ ਪਿਆ ਹੈ। ਵਾਪਸ ਪਰਤੀਏ ਇਹਨਾਂ ਸਾਰੀਆਂ ਚੀਜ਼ਾਂ ਤੋਂ। ਕਵੀ ਅੱਲਾ ਯਾਰ ਖਾਂ ਜੋਗੀ, ਜਿਨ੍ਹਾਂ ਦਾ ਰੋਜ਼ ਜ਼ਿਕਰ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ, ਬੜੇ ਪਿਆਰੇ ਸ਼ਬਦ ਕਵੀ ਅੱਲਾ ਯਾਰ ਖਾਂ ਜੋਗੀ ਨੇ ਲਿਖੇ। ਉਹ ਕਹਿੰਦਾ, ਜਦੋਂ ਗੰਗੂ ਦੇ ਘਰ ਤੋਂ ਸਾਹਿਬਜ਼ਾਦਿਆਂ ਨੂੰ ਮਰਿੰਡੇ ਦੀ ਕੋਤਵਾਲੀ ਵਾਲੇ ਪਾਸੇ ਲਿਜਾਇਆ ਜਾ ਰਿਹਾ ਨਾ, ਤੇ ਸਾਹਿਬਜ਼ਾਦੇ ਆਪਣੀ ਦਾਦੀ ਦੇ ਨਾਲ ਕੁਝ ਗੱਲਾਂ ਕਰਦੇ ਨੇ। ਸਾਹਿਬਜ਼ਾਦੇ ਆਪਣੀ ਦਾਦੀ ਦੇ ਨਾਲ ਕੁਝ ਗੱਲਾਂ ਕਰਦੇ ਨੇ, ਤੇ ਗੱਲਾਂ ਕਿਦਾਂ ਦੀਆਂ ਸਨ? ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਆਪਣੀ ਦਾਦੀ ਮਾਂ ਗੁਜਰ ਕੌਰ ਨੂੰ ਕਹਿੰਦੇ ਨੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ। ਪਤਾ ਨਹੀਂ ਨਾ, ਅਣਜਾਣ ਉਮਰ ਹੈ, ਤੇ ਦਾਦੀ ਨੂੰ ਬੜੇ ਸਹਿਜ ਸੁਭਾਅ ਗੱਲਾਂ ਦੇ ਵਿੱਚ ਪੁੱਛਦੇ ਨੇ, ਸਾਡੇ ਸਿਪਾਹੀ ਕਿੱਥੇ ਚਲੇ ਗਏ? ਸਾਡੇ ਆਲੇ ਦੁਆਲੇ ਇੰਨਾ ਵੱਡਾ ਲਸ਼ਕਰ ਹੋਇਆ ਕਰਦਾ ਸੀ, ਅੱਜ ਅਸੀਂ ਤਿੰਨੇ ਜਾਣੇ ਇਹਨਾਂ ਕੰਡਿਆਲੀਆਂ ਝਾੜੀਆਂ ਦੇ ਵਿੱਚੋਂ ਲੰਘ ਕੇ ਜਾ ਰਹੇ ਹਾਂ, ਕਿੱਥੇ ਨੇ ਸਾਡੇ ਸਿਪਾਹੀ? ਕਵੀ ਅੱਲਾ ਯਾਰ ਖਾਂ ਜੋਗੀ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰ ਕੌਰ ਦੀ ਇਸ ਗੁਫ਼ਤਗੂ ਨੂੰ ਬੜੇ ਧਿਆਨ ਨਾਲ ਆਪਣੇ ਮਨ ਦੇ ਰਾਹੀਂ ਬੜੇ ਵਜਦ ਵਿੱਚ ਆਣ ਕੇ ਸੁਣਦਾ ਹੈ। ਕਹਿੰਦਾ, ਦਾਦੀ ਸੇ ਬੋਲੇ अपने सिपाही किधर गए, दरिया पे छोड़ के वो राही किधर गए। दरिया ते छोड़ के वो राही जेड़े साडे आनंदपुर साहब तो लैके कीरतपुर साहब तक हमराही बने सन, साडे नाल ही आनंदपुर दे किले दे विचों निकले सन, च किथे गए? विखाई क्यों नहीं दे रहे? दरिया पे छोड़ के वो राही किधर गए, तड़पा के हाय सूर ते माही किधर गए। सानू इस मुश्किल भरे समय दे विच छड्ड के किथे चले गए? अब्बा भगा के लश्कर शाही किधर गए। अब्बा कहंदे ने प्यो नू, क्योंकि ये जिहड़ी नज़म है ये उर्दू दे विच लिखी है। कहंदे अब्बा भगा के लश्कर शाही किधर गए। साडे पिता सारे लश्कर नू भजा के ते किहड़े पासे चले गए ने? सानू विखाई क्यों नहीं दे रहे? दादी जी साडा क्यों साथ छड्ड दिता अज सारियां ने? आज क्या नहीं सानू विखाई देंगे। कवि अल्लाह यार खां जोगी लिखदा, कहंदा भाई भी हमको भूल गए। साडे जेड़े वड्डे भरा बाबा अजीत सिंह, बाबा जोरावर सिंह, बाबा फतेह सिंह कह रहा, कहंदा भाई भी हमको भूल गए, शौक जंग में इन्ना जंग दा चाह जड़िया सी उहनूं वो सानू भी भुल गए। जंग दे चाह विच साडे भरा साडे तो वड्डे सन, असीं छोटे सां, साडा ख्याल रखना बनदा सी, पर इन्ना जंग दा चाह चढ़िया उन्हां दोवां नूं सानू भी भुल गए। भाई भी भूल गए, शौके जंग में अपना ख्याल तक नहीं जो के तुफंग में। साडा किसी नूं पता ही नहीं लगा, दादी साडा किसी ने ख्याल ही नहीं रखिया। इन्ना जंग दा जोश उन्हां दे अंदर ठाठा मार रहा। कवि अल्लाह यार खां जोगी अगे लिखदा है, कहंदा बाबा फतेह सिंह कहंदा, जब रान अजीत जीत के तशरीफ लाएंगे। बाबा फतेह सिंह कहंदा जब रान अजीत, अजीत सब तो बड़े साहिबजादे धन बाबा अजीत सिंह जी, जब रान अजीत जीत के तशरीफ लाएंगे, जदों साडे वड्डे भरा मैदाने जंग दे विचों जित के साडे कोल आउणगे। बाबा फतेह सिंह अपनी दादी नूं कह रहा, जदों साडे वड्डे भराता बाबा अजीत सिंह साडे कोल आउणगे, जब रान अजीत जीत के तशरीफ लाएंगे, अब्बा के साथ जिस घड़ी जुझार आएंगे।
ਜਦੋਂ ਪਿਓ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਵੀ ਆਉਣਗੇ। ਅੱਗੇ ਫਿਰ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਕਹਿੰਦਾ ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਅਸੀਂ ਸਾਰਿਆਂ ਦੇ ਨਾਲ ਰੁੱਸ ਜਾਣਾ। ਜਦੋਂ ਬਾਬਾ ਅਜੀਤ ਸਿੰਘ ਵੀ ਆ ਜਾਣਗੇ, ਜਦੋਂ ਬਾਬਾ ਜੁਝਾਰ ਸਿੰਘ ਵੀ ਆ ਜਾਣਗੇ, ਜਦੋਂ ਸਾਡੇ ਪਿਤਾ ਵੀ ਆ ਜਾਣਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਅਸੀਂ ਨਹੀਂ ਬੋਲਣਾ ਕਿਸੇ ਦੇ ਨਾਲ, ਅਸੀਂ ਨਹੀਂ ਗੱਲ ਕਰਨੀ ਕਿਸੇ ਦੇ ਨਾਲ। ਸਾਨੂੰ ਛੱਡ ਕੇ ਸਾਰੇ ਕਿੱਧਰ ਚਲੇ ਗਏ, ਸਾਡਾ ਖਿਆਲ ਹੀ ਨਹੀਂ ਰੱਖਿਆ ਕਿਸੇ ਨੇ। ਬਾਬਾ ਫਤਿਹ ਸਿੰਘ ਆਪਣੀ ਦਾਦੀ ਦੇ ਨਾਲ ਇਹ ਗੱਲਾਂ ਕਰਦਾ ਹੈ, ਕਹਿੰਦਾ ਮਾਤਾ ਕਭੀ ਪਿਤਾ ਕਭੀ ਕਭੀ ਭਾਈ ਮਨਾਏਂਗੇ। ਅਸੀਂ ਜੇ ਰੁੱਸ ਗਏ ਫਿਰ ਸਾਨੂੰ ਕਦੀ ਸਾਡਾ ਪਿਓ ਮਨਾਉ। ਕਲਗੀਆਂ ਵਾਲਾ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਦੀ ਸਾਡੀ ਮਾਂ ਸਾਨੂੰ ਮਨਾਏਗੀ ਤੇ ਕਦੀ ਸਾਡੇ ਭਰਾ ਮਨਾਉਣਗੇ। ਸਾਰੇ ਸਾਨੂੰ ਮਨਾਉਣਗੇ ਪਰ ਅਸੀਂ ਨਹੀਂ ਬੋਲਣਾ ਕਿਸੇ ਦੇ ਨਾਲ। ਰਸਤੇ ਵਿੱਚ ਤੁਰਿਆ ਜਾਂਦਾ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੇ ਨਾਲ ਇਸ ਤਰੀਕੇ ਨਾਲ ਗੁਫ਼ਤਗੂ ਕਰਦਾ, ਗੱਲਾਂ ਕਰਦਾ। ਅੱਗੇ ਫਿਰ ਲਿਖਦਾ, ਕਹਿੰਦਾ हमको गले लगा के कहेंगे वो बार बार मान जाओ लेकिन हम नहीं मानेंगे जीनहार। सानू कहणगे मन जाओ पर असी नहीं मनना। ਅਸੀਂ ਰੁੱਸ ਗਏ ਆ ਉਹਨਾਂ ਦੇ ਨਾਲ। ਦਾਦੀ ਮਾਂ ਦੇ ਨਾਲ ਸਾਹਿਬਜ਼ਾਦੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਨੇ। ਅੱਗੇ ਫਿਰ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਸਾਹਿਬਜ਼ਾਦੇ ਫਿਰ ਮਾਤਾ ਗੁਜਰ ਕੌਰ ਨੂੰ ਪਤਾ ਕੀ ਕਹਿੰਦੇ ਨੇ, ਇਕਰਾਰ ਲੈਂਗੇ ਸਭ ਸੇ ਬੁਲਾਣਾ ਨਾ ਫਿਰ ਕਬੀਰ। ਜਦੋਂ ਉਹਨਾਂ ਸਾਰਿਆਂ ਨੇ ਸਾਨੂੰ ਇੱਕ ਦੂਜੇ ਨੂੰ ਕਿਹਾ ਵੀ ਮੰਨ ਜਾਓ, ਪਹਿਲੀ ਗੱਲ ਤੇ ਅਸੀਂ ਮੰਨਣਾ ਨਹੀਂ, ਤੇ ਜੇ ਅਸੀਂ ਮੰਨ ਗਏ ਫਿਰ ਉਹਨਾਂ ਸਾਰਿਆਂ ਦੇ ਕੋਲੋਂ ਇੱਕ ਵਾਅਦਾ ਲੈਣਾ, ਇਕਰਾਰ ਲੈਂਗੇ ਸਭ ਸੇ ਬੁਲਾਣਾ ਨਾ ਫਿਰ ਕਬੀ, ਬਾਰ ਦਿਗਰ ਛੋੜ ਕੇ ਜਾਣਾ ਨਾ ਫਿਰ ਕਬੀ। ਅੱਧ ਵਿਚਾਲੇ ਤੋਂ ਛੱਡ ਕੇ ਸਾਨੂੰ ਫਿਰ ਕਦੀ ਜਾਇਓ ਨਾ। ਇਹ ਵਾਅਦਾ ਲੈਣਾ ਅਸੀਂ ਸਾਰਿਆਂ ਦੇ ਕੋਲ। ਬਾਬਾ ਫਤਿਹ ਸਿੰਘ ਮਾਂ ਗੁਜਰੀ ਨੂੰ ਕਹਿ ਰਿਹਾ ਹੈ, ਇਕਰਾਰ ਲੈਂਗੇ ਸਭ ਸੇ ਬੁਲਾਣਾ ਨਾ ਫਿਰ ਕਭੀ, ਬਾਰ ਦਿਗਰ ਛੋੜ ਕੇ ਜਾਣਾ ਨਾ ਫਿਰ ਕਭੀ, ਹਮਕੋ ਅਕੇਲੇ ਛੋੜ ਕੇ ਸਤਾਨਾ ਨਾ ਫਿਰ ਕਭੀ। ਸਾਨੂੰ ਇਕੱਲਿਆਂ ਨੂੰ ਛੱਡ ਕੇ ਫਿਰ ਸਤਾਉਣਾ ਨਹੀਂ। ਬੜੇ ਦੁਖੀ ਹੋਏ ਆ ਅਸੀਂ ਉਹਨਾਂ ਨੂੰ ਛੱਡ ਕੇ। ਅੱਗੇ ਫਿਰ ਕਹਿੰਦਾ ਕਹਿ ਦੇਤੇ ਹੈ ਯੂ ਹਮ, ਕਹਿ ਦੇਤੇ ਹੈ ਹਮ ਰੁਲਾਨਾ ਨਾ ਫਿਰ ਕਭੀ। ਅਸੀਂ ਤੁਹਾਨੂੰ ਕਹਿ ਦਿੰਨੇ ਆ, ਅੱਜ ਤੁਸੀਂ ਸਾਨੂੰ ਛੱਡ ਕੇ ਚਲੇ ਗਏ, ਅੱਜ ਤੋਂ ਬਾਅਦ ਇਸ ਤਰੀਕੇ ਨਾਲ ਸਾਨੂੰ ਛੱਡ ਕੇ ਫਿਰ ਕਦੀ ਰੁਲਾਇਓ ਨਾ, ਫਿਰ ਕਦੀ ਛੱਡ ਕੇ ਸਾਨੂੰ ਜਾਇਓ ਨਾ। ਅੱਗੇ ਫਿਰ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਕਹਿੰਦਾ ਬੱਚੋਂ ਕੀ ਗੁਫ਼ਤਗੂ ਸੁਣੀ ਜੋ ਦਾਦੀ ਜਾਨ ਨੇ। ਜਦੋਂ ਬੱਚਿਆਂ ਦੀ ਇਸ ਤਰੀਕੇ ਦੀ ਵਾਰਤਾਲਾਪ ਦਾਦੀ ਜਾਨ ਨੇ ਸੁਣੀ, ਧੰਨ ਮਾਂ ਗੁਜਰ ਕੌਰ ਨੇ ਜਦੋਂ ਬੱਚਿਆਂ ਦੀ ਇਸ ਤਰੀਕੇ ਦੀ ਬੋਲਚਾਲ ਸੁਣੀ, बच्चों की गुफ्तगू सुनी जो दादी जान ने, बेख्तियार रो लिया उस वाला शान ने। उन्हें अपने हिरदे दे विच रो लिया, उस दर्द नूं महसूस कीता, उस दर्द नूं अपने सीने ते हंडाया। अज किहो जिहा वक्त, अज किहो जी घड़ी साडे ते पहुंच गई है, अज किन्ना हालातां दे विचों सानूं लंघना पै रिहा है। साध संगत अज जिस दिन नूं मुखातब हो के असीं सारे ही गुरु के दरबार विच बैठे हां, साहिबजादे धन बाबा जोरावर ਸਿੰਘ, ਧੰਨ ਬਾਬਾ ਫਤਿਹ ਸਿੰਘ, ਧੰਨ ਮਾਂ ਗੁਜਰ ਕੌਰ ਮੁਰਿੰਡੇ ਸ਼ਹਿਰ ਦੇ ਵਿੱਚ ਜੇਲ੍ਹ ਦੀਆਂ ਉਹਨਾਂ ਸਲਾਖਾਂ ਦੇ ਵਿੱਚ ਕੈਦ ਨੇ। ਉਹਨਾਂ ਨੂੰ ਬੰਦੀ ਬਣਾਇਆ ਗਿਆ ਹੈ। ਉਹਨਾਂ ਦਾ ਸਿਰਫ ਇੱਕੋ ਹੀ ਕਸੂਰ ਹੈ ਵੀ ਉਹਨਾਂ ਦੀ ਸੋਚ ਆਜ਼ਾਦ ਹੈ। ਨਹੀਂ ਤੇ ਦੁਨੀਆ ਤੇ ਬੜੇ ਲੋਕ ਘੁੰਮਦੇ ਨੇ, ਬੜੇ ਲੋਕ ਦੁਨੀਆ ਤੇ ਕੰਮਕਾਰ ਕਰ ਰਹੇ ਹੋਣਗੇ। ਕਿਸੇ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਪਾਉਣ ਦੀ ਜ਼ੁਲਮੀ ਹਕੂਮਤ ਨੂੰ ਲੋੜ ਨਹੀਂ ਪਈ, ਪਰ ਬਾਬਿਆਂ ਨੂੰ ਕਿਉਂ ਪਾਇਆ ਗਿਆ? ਕਿਉਂਕਿ ਸੋਚ ਆਜ਼ਾਦ ਸੀ ਉਹਨਾਂ ਦੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਹੀ ਵਚਨ ਸਾਡੇ ਕੋਲੋਂ ਮੰਗਿਆ ਸੀ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਖਾਲਸਾ ਅਸੀਂ ਆ, ਅਸੀਂ ਉਹਨਾਂ ਨੂੰ ਖਾਲਸਾ ਬਣਾਉਣਾ ਹੈ। ਬੜਾ ਪਿਆਰ ਕੀਤਾ ਸੀ ਪਾਤਸ਼ਾਹ ਜੀ ਨੇ ਸਾਡੇ ਨਾਲ, ਇਸੇ ਕਰਕੇ ਆਖਿਆ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਰਹਿਤ ਨੂੰ ਪਿਆਰ ਕਰਦੇ ਸਨ, ਅਸੀਂ ਵੀ ਉਹਨਾਂ ਦੀ ਰਹਿਤ ਵਿੱਚ ਆਉਣਾ ਹੈ। ਅੱਜ ਦੇ ਦਿਨ ਧੰਨ ਮਾਂ ਗੁਜਰ ਕੌਰ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੇਲ੍ਹ ਦੀਆਂ ਉਹਨਾਂ ਸਲਾਖਾਂ ਦੇ ਪਿੱਛੇ ਨੇ। ਦੂਜੇ ਬੰਨੇ ਅਸੀਂ ਚਮਕੌਰ ਦੀ ਗੜੀ ਦਾ ਉਹ ਇਤਿਹਾਸ ਸਾਂਝਾ ਕਰਕੇ ਆਏ ਸਾਂ। 8 ਪੋਹ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ। 9 ਪੋਹ ਦੇ ਦਿਨ
ਜਦੋਂ ਰਾਏਪੁਰ ਦੀ ਰਹਿਣ ਵਾਲੀ ਬੀਬੀ ਹਰਸ਼ਰਨ ਕੌਰ ਵੀ ਸਿੱਖ ਇਤਿਹਾਸ ਵਿੱਚ ਸਾਨੂੰ ਨਾਂ ਪੜ੍ਹਨ ਨੂੰ ਮਿਲਦਾ ਹੈ ਤੇ ਬੀਬੀ ਸ਼ਰਨ ਕੌਰ ਵੀ ਮਿਲਦਾ ਹੈ। ਦੋ ਨਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਨੇ। ਬੀਬੀ ਸ਼ਰਨ ਕੌਰ ਨੂੰ ਪਤਾ ਲੱਗਦਾ ਹੈ ਗੁਰੂ ਕੇ ਸਿੱਖ, ਗੁਰੂ ਕੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਦਾ ਜਾਮ ਪੀ ਗਏ ਨੇ। ਗੁਰੂ ਕੀ ਬੜੀ ਸ਼ਰਧਾਵਾਨ ਸਿੱਖ ਸੀ ਬੀਬੀ ਸ਼ਰਨ ਕੌਰ। ਹੱਥ ਵਿੱਚ ਤਲਵਾਰ ਲੈ ਕੇ ਚਮਕੌਰ ਦੀ ਉਸ ਗੜੀ ਵਾਲੇ ਪਾਸੇ ਨੂੰ ਇਕੱਲੀ ਤੁਰ ਪੈਂਦੀ ਹੈ। ਕੋਈ ਮਨ ਵਿੱਚ ਡਰ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਇਸੇ ਗੱਲ ਨੂੰ ਬਾਬਾ ਕਬੀਰ ਸਾਹਿਬ ਨੇ ਬਾਣੀ ਵਿੱਚ ਲਿਖਿਆ ਸੀ, ਭਾਵੇਂ ਮੀਂਹ ਪੈਂਦਾ ਹੋਵੇ, ਝੱਖੜ ਝਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ। ਗੁਰੂ ਨੂੰ ਵੇਖਣ ਦੀ ਮਨ ਵਿੱਚ ਇੰਨੀ ਚਾਹ ਨਾ ਹੋਵੇ, ਜਿੰਨਾ ਮਰਜ਼ੀ ਮੁਸੀਬਤ ਭਰਿਆ ਸਮਾਂ ਹੋਵੇ, ਪਰ ਗੁਰੂ ਕਾ ਸਿੱਖ ਪਹੁੰਚਦਾ ਹੈ। ਮਾਤਾ ਸ਼ਰਨ ਕੌਰ ਆਪਣੇ ਘਰ ਤੋਂ ਚੱਲਦੀ ਹੈ, ਚਮਕੌਰ ਦੀ ਉਸ ਗੜੀ ਤੱਕ ਪਹੁੰਚਦੀ ਹੈ ਜਿੱਥੇ ਗੁਰੂ ਕੇ ਸਿੱਖ ਸ਼ਹੀਦ ਹੋਏ ਪਏ ਨੇ, ਜਿੱਥੇ ਮੁਗਲਾਂ ਦੀਆਂ ਲਾਸ਼ਾਂ ਪਈਆਂ ਨੇ। ਮੁਗਲ ਆਪਣੇ ਸਿਪਾਹੀਆਂ ਨੂੰ ਜ਼ਮੀਨ ਦੇ ਵਿੱਚ ਦਫਨਾ ਰਹੇ ਸਨ ਤੇ ਗੁਰੂ ਕੇ ਸਿੱਖਾਂ ਨੂੰ ਉਹਨਾਂ ਦੀਆਂ ਲਾਸ਼ਾਂ ਦੇ ਨੇੜੇ ਆਉਣ ਦਾ ਕੋਈ ਹੀਆ ਨਹੀਂ ਸੀ ਕਰ ਰਿਹਾ, ਕਿਉਂਕਿ ਮੁਗਲ ਇਹ ਗੱਲ ਚਾਹੁੰਦੇ ਸਨ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ, ਦਹਿਲ ਪੈਦਾ ਕੀਤਾ ਜਾਵੇ, ਅੱਗੇ ਤੋਂ ਬਾਅਦ ਕੋਈ ਸਿੱਖ ਨਾ ਬਣੇ ਇਸ ਧਰਤੀ ਤੇ। ਇਹਨਾਂ ਦੀਆਂ ਲਾਸ਼ਾਂ ਇੱਥੇ ਪਈਆਂ ਰਹਿਣ, ਗਲ ਸੜ ਜਾਣ, ਇਹਨਾਂ ਦੀਆਂ ਲਾਸ਼ਾਂ ਦਾ ਕੋਈ ਸੰਸਕਾਰ ਨਾ ਕਰੇ। ਪਰ ਗੁਰੂ ਕੀ ਉਹ ਸਿੱਖ ਬੀਬੀ ਸ਼ਰਨ ਕੌਰ ਆਪਣੇ ਘਰ ਤੋਂ ਚੱਲਦੀ ਏ, 9 ਪੋਹ ਦੀ ਰਾਤ ਚਮਕੌਰ ਸਾਹਿਬ ਦੀ ਉਸ ਗੜੀ ਦੇ ਵਿੱਚ ਪਹੁੰਚ ਜਾਂਦੀ ਹੈ। ਆਪਣੇ ਭਰਾਵਾਂ ਨੂੰ ਵੇਖਦੀ ਹੈ ਜਿਨ੍ਹਾਂ ਦੇ ਗੁੱਟ ਤੇ ਕੜੇ ਪਾਏ ਹੋਏ ਨੇ, ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ। ਮਾਤਾ ਸ਼ਰਨ ਕੌਰ ਆਪਣੇ ਸਾਰੇ ਭਰਾਵਾਂ ਨੂੰ ਇਕੱਠੀਆਂ ਕਰਦੀ ਹੈ, ਇੱਕ ਥਾਂ ਤੇ ਇਕੱਠਿਆਂ ਕਰਕੇ ਉਹਨਾਂ ਦਾ ਸੰਸਕਾਰ ਕਰਨ ਦਾ ਮਾਤਾ ਸ਼ਰਨ ਕੌਰ ਵੱਲੋਂ ਯਤਨ ਕੀਤਾ ਜਾਂਦਾ ਹੈ। ਪਰ ਨੇੜੇ ਹੀ ਕੁਝ ਸਿਪਾਹੀ ਬੈਠੇ ਹੋਏ ਸਨ। ਜਦੋਂ ਉਹਨਾਂ ਨੇ ਅੱਗ ਦੀਆਂ ਲਾਟਾਂ ਵੇਖੀਆਂ ਮੱਚਦੀਆਂ, ਇੱਕਦਮ ਅੱਗ ਦੇ ਨੇੜੇ ਆ ਕੇ ਮਾਤਾ ਸ਼ਰਨ ਕੌਰ ਨੂੰ ਜਦੋਂ ਵੇਖਦੇ ਨੇ ਤੇ ਮਨ ਵਿੱਚ ਇਸ ਗੱਲ ਨੂੰ ਮਹਿਸੂਸ ਕਰਦੇ ਨੇ, ਇੱਕ ਔਰਤ ਇਹਨਾਂ ਸਿੱਖਾਂ ਦਾ ਸੰਸਕਾਰ ਕਰਨ ਵਾਸਤੇ ਆਈ ਹੈ। ਤੇ ਇਤਿਹਾਸ ਦੱਸਦਾ ਹੈ ਮਾਤਾ ਸ਼ਰਨ ਕੌਰ 7 ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਦੀ ਹੋਈ ਚਮਕੌਰ ਦੀ ਉਸ ਮੈਦਾਨੇ ਜੰਗ ਦੇ ਵਿੱਚ ਆਪ ਵੀ ਸ਼ਹਾਦਤ ਦਾ ਜਾਮ ਪੀ ਜਾਂਦੀ ਹੈ। ਸੰਸਕਾਰ ਕਰਨ ਵਾਸਤੇ ਆਈ ਸੀ, ਆਪ ਸ਼ਹਾਦਤ ਦਾ ਜਾਮ ਪੀ ਜਾਂਦੀ ਹੈ। ਇੰਨਾ ਪਿਆਰ ਸੀ ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਕੇ ਲਾਲਾਂ ਦੇ ਨਾਲ, ਇੰਨਾ ਮੋਹ ਸੀ ਉਹਨਾਂ ਨੂੰ। ਉਸ ਤੋਂ ਬਾਅਦ ਅੱਧ ਸੜੀ ਹੋਈ ਚਿਖਾ ਦੇ ਸਿਪਾਹੀ ਫੇਰ ਪਾਣੀ ਪਾ ਦਿੰਦੇ ਨੇ। ਅੱਧ ਸੜੀਆਂ ਲਾਸ਼ਾਂ ਚਮਕੌਰ ਦੀ ਉਸ ਗੜੀ ਦੇ ਵਿੱਚ ਫੇਰ ਪਈਆਂ ਰਹਿੰਦੀਆਂ ਨੇ। ਉਸ ਤੋਂ ਬਾਅਦ 10 ਪੋਹ ਦੀ ਜਦੋਂ ਰਾਤ ਆਉਂਦੀ ਹੈ, ਇਤਿਹਾਸ ਵਿੱਚ 2 ਗੁਰੂ ਕੇ ਸਿੱਖਾਂ ਦਾ ਜ਼ਿਕਰ ਮਿਲਦਾ ਹੈ, ਭਾਈ ਰਾਮਾ ਤੇ ਭਾਈ ਤਿਲੋਕਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਗੁਰੂ ਘਰ ਦੇ ਨਾਲ ਇਹਨਾਂ ਦਾ ਸੰਬੰਧ ਜੁੜਿਆ ਸੀ। ਸਰਹੰਦ ਦੀ ਧਰਤੀ ਤੇ ਹਾਲਾ ਭਰਨ ਦੇ ਵਾਸਤੇ ਇਹ ਦੋਵੇਂ ਗੁਰੂ ਕੇ ਸਿੱਖ ਪਹੁੰਚੇ ਸਨ। ਇਹਨਾਂ ਨੂੰ ਪਤਾ ਲੱਗਦਾ ਹੈ ਚਮਕੌਰ ਦੀ ਗੜੀ ਦੇ ਵਿੱਚ ਘਮਸਾਣ ਦਾ ਜੰਗ ਹੋਇਆ ਹੈ, ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਚਮਕੌਰ ਦੀ ਗੜੀ ਵਿੱਚ ਪਈਆਂ ਹੋਈਆਂ ਨੇ। ਇਹ ਆਪਣਾ ਦੋਵੇਂ ਗੁਰੂ ਕੇ ਸਿੱਖ ਭੇਸ ਵਟਾਉਂਦੇ ਨੇ, ਆਪਣੇ ਕੇਸ ਪਿੱਛੇ ਨੂੰ ਖਿਲਾਰਦੇ ਨੇ, ਟੁੱਟੀਆਂ ਫੁੱਟੀਆਂ ਦਸਤਾਰਾਂ ਸਜਾ ਲੈਂਦੇ ਨੇ, ਇੱਕ ਦੂਜੇ ਦੇ ਤਨ ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੰਦੇ ਨੇ। ਸਾਰਾ ਦਿਨ ਚਮਕੌਰ ਦੇ ਉਸ ਪਿੰਡ ਦੇ ਵਿੱਚ ਇੱਕ ਦੂਜੇ ਤੇ ਮਿੱਟੀ ਪਾਉਂਦੇ ਨੇ। ਮੁਗਲ ਫੌਜਾਂ ਨੂੰ ਲੱਗਦਾ ਕੋਈ ਪਾਗਲ ਹੈ, ਇਹਨਾਂ ਦਾ ਦਿਮਾਗੀ ਤਵੱਜੋ ਠੀਕ ਨਹੀਂ, ਵਿਗੜੇ ਹੋਏ ਨੇ। ਉਹਨਾਂ ਨੇ ਕੋਈ ਬਹੁਤੀ ਉਹਨਾਂ ਦੀ ਪਰਵਾਹ ਨਾ ਕੀਤੀ। ਜਦੋਂ 10 ਪੋਹ ਦੀ ਰਾਤ ਹਨੇਰਾ ਹੋਇਆ, ਉਸ ਹਨੇਰੇ ਦੇ ਵਿੱਚ ਉਹਨਾਂ ਨੇ ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਨੂੰ ਇਕੱਠੀਆਂ ਕੀਤਾ ਤੇ ਉਹਨਾਂ ਲਾਸ਼ਾਂ ਨੂੰ ਇਕੱਠੀਆਂ ਕਰਕੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜਿਹੜੇ ਗੁਰੂ ਕੇ ਲਾਲ ਚਮਕੌਰ ਦੀ ਉਸ ਗੜੀ ਦੇ ਵਿੱਚ ਸ਼ਹੀਦ ਹੋਏ ਸਨ, ਉਹਨਾਂ ਸਾਰਿਆਂ ਦੀਆਂ ਪਾਵਨ ਦੇਹਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੇ 10 ਪੋਹ ਦੀ ਰਾਤ ਚਮਕੌਰ ਸਾਹਿਬ ਦੀ ਉਸ ਧਰਤੀ ਤੇ ਉਹਨਾਂ ਦੇਹਾਂ ਦਾ ਸੰਸਕਾਰ ਕੀਤਾ। ਸੰਸਕਾਰ ਕਰਨ ਤੋਂ ਬਾਅਦ ਜਿਹੜੀਆਂ ਉਹਨਾਂ ਦੇ ਸਰੀਰ ਦੀਆਂ ਅਸਥੀਆਂ ਸਨ, ਉਹ ਲਾਗੇ ਦਰਿਆ ਦੇ ਵਿੱਚ ਉਹਨਾਂ ਨੇ ਉਹ ਅਸਥੀਆਂ ਵਹਾ ਦਿੱਤੀਆਂ। ਉਸ ਤੋਂ ਬਾਅਦ ਗੁਰੂ ਕੇ ਸਿੱਖਾਂ ਦਾ ਮਿਲਾਪ ਰਾਏਪੁਰ ਦੀ ਧਰਤੀ ਤੇ ਜਾ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਹੁੰਦਾ ਹੈ। ਤੇ ਇਹ ਸਾਰਾ ਜਿਹੜਾ ਬਿਰਤਾਂਤ ਹੈ ਕਲਗੀਆਂ ਵਾਲੇ ਪਾਤਸ਼ਾਹ ਨੂੰ ਭਾਈ ਰਾਮਾ ਤੇ ਭਾਈ ਤਿਲੋਕਾ ਬੜੇ ਵਿਸਥਾਰ ਨਾਲ ਸੁਣਾਉਂਦੇ ਨੇ। ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਦੋਵਾਂ ਗੁਰੂ ਕੇ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਆਖਿਆ, ਤੁਹਾਡਾ ਇਸ ਧਰਤੀ ਤੇ ਰਾਜ ਰਹੇਗਾ, ਤੁਹਾਡੀ ਅੰਸ਼ ਬੰਸ ਇਸ ਧਰਤੀ ਤੇ ਚੱਲਦੀ ਰਹੇਗੀ। ਤੇ ਇਤਿਹਾਸ ਨੇ ਇਸ ਗੱਲ ਦੀ ਗਵਾਹੀ ਭਰੀ ਹੈ। ਭਾਈ ਰਾਮਾ ਤੇ ਭਾਈ ਤਿਲੋਕਾ, ਇਹਨਾਂ ਦੋਵਾਂ ਗੁਰੂ ਕੇ ਸਿੱਖਾਂ ਦੇ ਅੱਗੇ ਜਾ ਕੇ ਜਿਹੜੀ
ਵੰਸ਼ ਹੈ, ਇਹਨਾਂ ਨੇ ਨਾਭੇ ਰਿਆਸਤ ਤੇ ਪਟਿਆਲੇ ਦੀ ਰਿਆਸਤ ਤੇ ਬਹੁਤ ਲੰਮਾ ਸਮਾਂ ਜਿਹੜਾ ਉਹ ਰਾਜ ਕੀਤਾ ਹੈ। ਇਹ ਸੀ ਅੱਜ ਦਾ ਸਮੁੱਚਾ ਇਤਿਹਾਸ, ਜਿਹਨੂੰ ਅਸੀਂ ਰਲ ਕੇ ਮਿਲ ਕੇ ਬੈਠ ਕੇ ਸ਼ਰਵਣ ਕਰਨ ਦਾ ਜਿਹੜਾ ਹੈ ਉਹ ਯਤਨ ਕੀਤਾ ਹੈ। ਇਸ ਸਮੁੱਚੇ ਇਤਿਹਾਸ ਦਾ ਅੱਜ ਦਾ ਜਿਹੜਾ ਪੜਾਅ ਹੈ ਉਹ ਧੰਨ ਮਾਂ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮੁਰੰਡੇ ਦੀ ਉਸ ਕੋਤਵਾਲੀ ਤੱਕ ਪਹੁੰਚਦੇ ਨੇ। ਗੁਰੂ ਕੇ ਸਿੱਖ ਅੱਜ ਦੇ ਦਿਨ ਚਮਕੌਰ ਦੀ ਗੜ੍ਹੀ ਦੇ ਵਿੱਚ ਗੁਰੂ ਕੇ ਸਿੱਖਾਂ ਦੀਆਂ ਉਹਨਾਂ ਪਾਵਨ ਦੇਹਾਂ ਦਾ ਸੰਸਕਾਰ ਕਰਦੇ ਨੇ। ਇਸ ਤੋਂ ਅੱਗੇ ਦਾ ਜਿਹੜਾ ਸਫ਼ਰ ਹੈ ਉਹ ਅਸੀਂ ਕੱਲ ਦੇ ਦੀਵਾਨ ਵਿੱਚ ਆਪ ਸਰਬੱਤ ਸੰਗਤ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਆਓ ਜੇ ਅਸੀਂ ਰਲ ਕੇ ਮਿਲ ਕੇ ਬੈਠ ਕੇ ਇਤਿਹਾਸ ਦੀ ਬਾਤ ਨੂੰ ਸਾਂਝਾ ਕਰ ਰਹੇ ਹਾਂ ਤੇ ਅਸੀਂ ਵੀ ਗੁਰੂ ਕੇ ਲਾਲ ਬਣਨ ਦਾ ਯਤਨ ਕਰੀਏ। ਮੈਂ ਇਸ ਕਰਕੇ ਰੋਜ਼ ਬੇਨਤੀ ਕਰਦਾ ਤਾਂ ਕਿ ਸਾਡੇ ਮਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੱਕੀਆਂ ਹੋ ਸਕਣ, ਤਾਂ ਕਿ ਸਾਡੇ ਮਨ ਨੂੰ ਇਹ ਸਾਰੀਆਂ ਚੀਜ਼ਾਂ ਭਾ ਜਾਣ। ਅਸੀਂ ਵੀ ਗੁਰੂ ਵਰਗੇ ਬਣ ਕੇ, ਅਸੀਂ ਵੀ ਗੁਰੂ ਕੇ ਲਾਲਾਂ ਵਰਗੇ ਬਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਜੋਗੇ ਹੋ ਜਾਈਏ। ਪਾਤਸ਼ਾਹ ਜੀ, ਤੁਸੀਂ ਆਖਿਆ ਸੀ ਇਹ ਸਾਰੇ ਮੇਰੇ ਸਿੱਖ ਨੇ, ਮੇਰੇ ਲਾਲ ਨੇ, ਤੁਸੀਂ ਹਜ਼ਾਰਾਂ ਨੂੰ ਗਲੇ ਨਾਲ ਲਾਇਆ ਸੀ, ਅੱਜ ਉਹਨਾਂ ਹਜ਼ਾਰਾਂ ਦੇ ਵਿੱਚ ਅਸੀਂ ਵੀ ਸ਼ਾਮਲ ਹੋ ਗਏ ਹਾਂ। ਅੱਜ ਤੁਸੀਂ ਸਾਨੂੰ ਵੀ ਆਪਣੇ ਗਲ ਨਾਲ ਲਾਓ। ਆਓ ਕਲਗੀਧਰ ਪਾਤਸ਼ਾਹ ਜੀ ਦੇ ਉਸ ਕਲਾਵੇ ਵਿੱਚ ਆ ਕੇ ਗੁਰੂ ਘਰ ਦੀਆਂ ਉਹਨਾਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੀਏ। ਆਪ ਸਰਬੱਤ ਸੰਗਤ ਦਾ ਧੰਨਵਾਦ, ਜਿਹੜੇ ਲਗਾਤਾਰ ਸਫਰੇ ਸ਼ਹਾਦਤ ਦੇ ਕਾਫਲੇ ਦੇ ਨਾਲ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਦੇ ਸਾਹਿਬਜ਼ਾਦਿਆਂ ਦੇ ਉਸ ਸਫ਼ਰ ਨੂੰ ਆਪਣੇ ਮਨ ਤੇ ਤਨ ਤੇ ਹੰਡਾਉਣ ਦਾ ਲਗਾਤਾਰ ਯਤਨ ਕਰ ਰਹੇ ਹੋ। ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹੈ, ਨਿੱਕੀਆਂ ਮੋਟੀਆਂ ਮੁਸੀਬਤਾਂ ਤੋਂ ਕਦੀ ਡੋਲਣਾ ਨਹੀਂ। ਜ਼ਿੰਦਗੀ ਹੈ ਸੁੱਖ ਤੇ ਦੁੱਖ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ ਇਸ ਤਨ ਦੇ ਕੱਪੜੇ ਨੇ, ਇਹਨਾਂ ਨੇ ਸਰੀਰ ਤੇ ਆਉਣਾ ਹੈ। ਸੁੱਖ ਤੇ ਦੁੱਖ ਨੂੰ ਬਰਾਬਰ ਕਰਕੇ ਅਸੀਂ ਜਾਣਨਾ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਹੈ, ਔਰ ਮਾਨ ਅਪਮਾਨਾ ਇਸ ਚੀਜ਼ ਨੂੰ ਬੈਲੈਂਸ ਬਣਾ ਕੇ ਜ਼ਿੰਦਗੀ ਵਿੱਚ ਰੱਖਣਾ ਹੈ। ਚੜ੍ਹਦੀ ਕਲਾ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਖਾਲਸਾ ਪੰਥ ਦੇ ਲੇਖੇ ਕੋਈ ਵੀ ਸੇਵਾ ਆਵੇ ਉਹ ਸਾਨੂੰ ਖਿੜੇ ਮੱਥੇ ਪ੍ਰਵਾਨ ਕਰਨੀ ਚਾਹੀਦੀ ਹੈ। ਇਹੀ ਹਰ ਇੱਕ ਸਿੱਖ ਦਾ ਫਰਜ਼ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ, ਸਤ ਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ। ਕਹਿ ਨਾਨਕ ਆਨੰਦ ਹੋਆ, ਸਤ ਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇ।